हाँ जी सर, हेलो। गुड इवनिंग सर। पीपीटी। पंजाब सरकार ਵੱਲੋਂ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀ ਟ੍ਰੇਨਿੰਗ ਪੰਜਾਬ ਵੱਲੋਂ ਜੋ ਆਨਲਾਈਨ ਚੈਨਲ ਚੈਨਲ ਬਣਾਏ ਜੋ ਆਪਾਂ ਸਾਰੇ ਇਕੱਠੇ ਹਾਂ। ਸੋ ਮੈਂ ਸਭ ਤੋਂ ਪਹਿਲਾਂ ਸਮੂਹ ਚੈਨਲ ਦੀ ਤੇ ਮੇਰੇ ਨਾਲ ਜੁੜੇ ਹੋਸਟ ਤੇ ਸਾਡੇ ਨਾਲ ਜੁੜੇ ਵੱਖ-ਵੱਖ ਸੰਸਥਾਵਾਂ ਤੋਂ ਸਤਿਕਾਰਯੋਗ ਇੰਸਟ੍ਰਕਟਰ ਸਾਹਿਬ ਤੇ ਪਿਆਰੇ ਵਿਦਿਆਰਥੀਓ, ਅੱਜ ਮੈਂ ਫਿਰਨ ਵੱਲ ਆਈਏਐਸਸੀ ਫਤਿਹਗੜ੍ਹ ਚੂੜੀਆਂ ਆਪ ਦਾ ਹਾਰਦਿਕ ਸਵਾਗਤ ਕਰਦਾ ਵਾਂ। ਸੋ ਅੱਜ ਦਾ ਸਾਡਾ ਜਿਹੜਾ ਪਹਿਲੋਂ ਵੀ ਆਪਾਂ ਗੱਲ ਕੀਤੀ ਸੀ ਬਿਲਡਿੰਗ ਕੰਸਟਰਕਸ਼ਨ ਮਟੀਰੀਅਲ ਸਰਵੇ ਟ੍ਰੇਡ ਦਾ 37ਵਾਂ ਵੀਕ ਤੇ ਡਰਾਲ ਦੇ 11-12 ਵੀਕ ਦੇ ਵਿੱਚ ਆਉਂਦਾ ਵਾ। ਸੋ ਉਹਦਾ ਦੂਜਾ ਭਾਗ ਉਹਦੀ ਆਪਾਂ ਗੱਲ ਕਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਹੈ ਕੋਵਿਡ-19 ਦੇ ਉੱਪਰ, ਉਹਨੂੰ ਆਪਾਂ ਸਰਕਾਰ ਮਿਲ ਕੇ ਮਿਸ਼ਨ ਫਤਿਹ ਕਰਨਾ ਵਾ। ਜਿਵੇਂ ਤੁਸੀਂ ਦੇਖ ਰਹੇ ਹੋ, ਸੋ ਇਹ ਨਾਲ ਹੱਥ ਨਾ ਮਿਲਾ, ਦੂਰ ਤੋਂ ਨਮਸਕਾਰ, ਸਤਿ ਸ੍ਰੀ ਅਕਾਲ ਆਓ, ਭੀੜ ਭਾੜ ਵਾਲੇ ਇਲਾਕਿਆਂ ਵਿੱਚ ਆਦਿ ਸ਼ਾਮਲ ਨਾ ਹੋ। ਥੋੜੀ ਦੇਰ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋ ਤੇ ਮੂੰਹ ਤੇ ਮਾਸਕ ਪਾਓ। ਤੇ ਛੋਟੇ ਬੱਚੇ ਤੇ ਜਿਹੜੇ ਵਿੱਚ ਇਫੈਕਟ ਹੁੰਦੇ ਆ, ਸੋ ਉਹਨਾਂ ਨੂੰ ਘਰੋਂ ਨਿਕਲ ਨਾ ਦਿੱਤਾ ਜਾਏ। ਸੋ ਅੱਜ ਦਾ ਸਾਡਾ ਜਿਹੜਾ ਟਾਕ ਆ ਉਹਨੂੰ ਸ਼ੁਰੂ ਕਰਦੇ ਹਾਂ। ਮਟੀਰੀਅਲ ਕੰਸਟਰਕਸ਼ਨ ਮਟੀਰੀਅਲ ਦੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀਗੀ। ਅੱਜ ਦੇ ਦੇਖੋ ਤੁਸੀਂ ਸਲਾਈਡ ਦੇਖ ਰਹੇ ਹੋ, ਨੈਟ ਤੇ ਆਰਟੀਫਿਸ਼ਲ ਜਿਹੜੇ ਕੁਦਰਤੀ ਰੂਪ ਨੂੰ ਮਿਲਦੇ, ਵੁੱਡ ਆ, ਕਲੇ, ਮਿੱਟੀ, ਰੌਕ, ਗ੍ਰੈਵਲ, ਇਹ ਸਾਰੇ ਨੈਚੁਰਲ ਹੈਗੇ ਨੇ। ਤੇ ਜਿਹੜੇ ਆਰਟੀਫਿਸ਼ਲ ਜਿਹੜੇ ਆਪਾਂ ਲੈਂਦੇ ਆ, ਸੋ ਲਾਈਕ ਸਟੋਨ, ਸਿਰੈਮਿਕ, ਗਲਾਸ, ਪਲਾਸਟਿਕ, ਗ੍ਰੇਨਾਈਟ, ਇਹ ਸਾਰੇ ਜਿਹੜੇ ਜੋ ਸਿਵਲ ਇੰਜੀਨੀਅਰਿੰਗ ਦੀ ਕੰਸਟਰਕਸ਼ਨ ਦੇ ਵਿੱਚ ਵਰਤੇ ਜਾਂਦੇ ਆ ਤੇ ਆਰਟੀਫਿਸ਼ਲ ਹੈਗੇ ਨੇ। ਸੋ ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਸੈਂਡ ਦੀ। ਸੈਂਡ ਨੂੰ ਪੰਜਾਬੀ ਚ ਕਹਿੰਦੇ ਆ ਰੇਤ। ਰੇਤ ਇੱਕੋ ਡੈਫੀਨੇਸ਼ਨ ਚ ਲਿਖਿਆ ਵਾ, ਇਟ ਇਜ਼ ਨੈਚੁਰਲ ਪ੍ਰੋਡਕਟ ਆਬਟੇਨ ਫਰਮ ਪਿਟ, ਖੱਡਾਂ ਦੇ ਰਿਵਰ, ਐਸਚੁਅਸ, ਸੀ ਬੈਡਸ ਐਟਸੈਟਰਾ। ਇਟ ਇਜ਼ ਫਾਰਮ ਆਫ ਸਿਲੀਕਨ, ਇੱਕ ਸਿਲੀਕਨ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੀ ਹੈ। ਤੁਸੀਂ ਫੋਟੋ ਦੇਖ ਰਹੇ ਹੋ, ਇਹ ਸੈਂਡ ਆ। ਸੈਂਡ ਕਿੰਨੇ ਤਰ੍ਹਾਂ ਸਾਨੂੰ ਪ੍ਰਾਪਤ ਹੁੰਦਾ? ਦੋ ਤਰ੍ਹਾਂ ਸੈਂਡ ਆ, ਟੇਨ ਫਰੋਮ ਪਿਟ, ਰਿਵਰ ਐਂਡ ਸੀ ਲੈਵਲ। ਜਿੱਦਾਂ ਮਤਲਬ ਜਿਹੜਾ ਦਰਿਆ ਵਿੱਚੋਂ ਰੇਤਾ ਕੱਢੀ ਜਾਂਦੀ ਆ, ਤੁਸੀਂ ਕਈ ਵਾਰੀ ਖਬਰਾਂ ਸੁਣਦੇ ਹੋਗੇ ਕਿ ਜਿਹੜੀ ਮਾਈਨਿੰਗ ਆ ਉਹਨੂੰ ਰੋਕਿਆ ਗਿਆ। ਸੋ ਰੇਤ ਵਗੈਰਾ ਜਿਹੜੀ ਦਰਿਆਵਾਂ ਦੇ ਵਿੱਚੋਂ ਕੱਢੀ ਜਾਂਦੀ ਆ। ਆਰਟੀਫਿਸ਼ਲ ਸੈਂਡ formed by decomposition of sound sown due to various gathering agencies। ਜਦੋਂ ਪੱਥਰ ਦੇ ਉੱਪਰ ਗ੍ਰੈਵਿਟੀ ਵਾਲੇ ਡਿੱਗ ਪੈਂਦਾ ਵਾ, ਜਾਂ ਮਤਲਬ ਪਾਣੀ ਨਾਲ, ਹਵਾ ਨਾਲ, ਉਹਦੇ ਛੋਟੇ ਛੋਟੇ ਕਾਂਗੇ ਟੁੱਟ ਜਾਂਦੇ ਆ, ਜਿਹੜੇ ਉਹ ਡੀਕੰਪੋਜ਼ਿਟ ਹੋ ਜਾਂਦੇ ਨੇ, ਉਹ ਫਿਰ ਰੇਤ ਜਿਹੜੀ ਆ ਉਹ ਬਣਦੀ ਆ। ਬੇਸ ਔਨ ਸਾਈਜ਼ ਦੇਖੋ, ਫਾਈਨ ਸੈਂਡ ਬਿਲਕੁਲ ਬਰੀਕ ਸੈਂਡ ਦਾ ਫਾਈਨੈਸਟ ਮੋਡੂਲਸ। ਫਾਈਨੈਸਟ ਮੋਡੂਲਸ ਇੱਕ ਮਤਲਬ ਆਪਾਂ ਸੈਸ ਹੈਗਾ
ਜਿਹਦੇ ਨਾਲ ਆਪਾਂ ਜਦੋਂ ਫਾਈਨੈਂਸ ਮਾਡਲ ਸਟੇਟ ਵੀ ਕਿੰਨਾ ਕੁ ਰੇਟ ਫਾਈਨ ਆ, ਕਿੰਨੀ ਕੁ ਬੇਕ ਆ, ਜਿਹੜਾ ਫਾਈਨੈਂਸ ਮਾਡਲ 2.2 ਤੋਂ 2.6 ਇੱਕ ਰੇਸ਼ੋ ਹੈਗੀ ਆ, ਉਹਨੂੰ ਫਾਈਨ ਸੈਂਡ ਕਹਿੰਦੇ ਆ। ਮੀਡੀਅਨ ਜਿਹੜੀ ਆ ਫਾਈਨੈਂਸ ਮਾਡਲ 2.6 ਤੋਂ 2.9 ਹੁੰਦੀ ਹੈ। ਕੋਰਸ ਸੈਂਡ ਅੱਜ ਕੱਲ੍ਹ ਦੇਖੋ ਆ ਜਿਹੜੀ ਸਾਡਾ ਕੋਰਸ ਸੈਂਡ ਆ ਇਹ ਵਰਤੀ ਜਾਂਦੀ ਆ। ਸੋ ਕਈ ਵਾਰੀ ਪ੍ਰੈਕਟੀਕਲੀ ਜਾਣਾ ਸਾਈਟ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਆ, ਉੱਥੇ ਮਿਸਤਰੀ ਇਹ ਗੱਲ ਕਰਦੇ ਆ ਵੀ ਆ ਜਿਹੜੀ ਮੀਲ ਰੇਤ ਆ ਨਾ ਇਹ ਬੜਾ ਫਾਇਦਾ ਵਾ। ਇੱਕ ਤੇ ਲੋਡ ਚੱਲਦੀ ਆ, ਇੱਕ ਹਰ ਵਾਰ ਤੋਂ ਬਾਅਦ ਇੱਕ ਵਾਰ ਜਿਹੜਾ ਬਣ, ਸੋ ਉਹ ਜਿਹੜੀ ਦਾਣੇਦਾਰ ਕਰੈਸ਼ ਜਦੋਂ ਵਗੈਰਾ ਪ੍ਰੈਸ਼ਰ ਤੋੜਦੇ ਆ, ਬਾਕੀ ਬਚਾ ਉਹ ਕੋਰਸ ਹੈ। ਇਹ ਜਿਹੜਾ ਫਾਈਨੈਂਸ ਮੋਡੂਲਸ ਆ 2.9 ਤੋਂ 3.2 ਹੁੰਦਾ। ਇਸ ਤੋਂ ਬਾਅਦ characteristics of sand, sand की characteristics होने चाहिए as a technician, as a supervisor, it should be hard and durable, मतलब ये hard ਤੇ durable चाहिए है। it should be chemically inert, ਆ ਸ਼ਬਦ ਆ inert, inert ਕੀ ਚੀਜ਼ ਹੁੰਦੀ, मतलब ਜਿਸ ਤਰ੍ਹਾਂ ਆਪਾਂ ਜਿਹੜੇ ਪਿੰਡਾਂ ਵਾਲੇ ਬੱਚੇ ਆ ਉਹ ਜਦੋਂ ਹਰਾ ਚਾਰਾ ਪਾਉਂਦੇ ਆ, ਹਰਾ ਚਾਰਾ ਥੋੜਾ ਜਿਹਾ ਹੀ ਹੁੰਦਾ, ਬਾਕੀ ਉਹ ਤੂੜੀ ਹੁੰਦੇ ਆ, ਉਹ ਮਟੀਰੀਅਲ ਉਹਦੇ ਨਾਲ ਕੇ ਪਸ਼ੂ ਖਾਂਦੇ ਆ। ਇਸ ਤਰ੍ਹਾਂ ਸੀਮੈਂਟ ਆ, ਸੀਮੈਂਟ ਦੀ ਰੇਸ਼ੋ ਮਤਲਬ ਬੜੀ ਘੱਟ ਹੁੰਦੀ ਆ, ਉਹਦੇ ਵਿੱਚ ਫਿਰ ਉਹ ਬਾਕੀ ਜਿੱਦਾਂ ਬਜਰੀ ਆ, ਸੋ ਸੀਮੈਂਟ ਦਾ ਜਿਹੜਾ ਰੇਤ ਆ ਉਹ ਆ ਜਾਂਦੀ ਆ, ਕੈਮੀਕਲੀ ਨੱਟ ਹੋ ਜਾਂਦੀ ਆ। ਇਟ ਸ਼ੁੱਡ ਬੀ ਕਲੀਨ ਐਂਡ ਕੋਰਸ, ਮਤਲਬ ਇਹ ਸਾਫ਼ ਤੇ ਕੋਰਸ ਹੋਣੀ ਚਾਹੀਦੀ। ਇਟ ਸ਼ੁੱਡ ਬੀ ਫ੍ਰੀ ਫਰਮ ਆਰਗੈਨਿਕ ਮੈਟਰ, ਜਿਹੜਾ ਆਰਗੈਨਿਕ ਮੈਟਰ ਆ ਉਹਦੇ ਤੋਂ ਫ੍ਰੀ ਹੋਣੀ ਚਾਹੀਦੀ। It should be contain sharp, angular and durable veins ਹੋਣੇ ਚਾਹੀਦੇ ਆ, ਮਤਲਬ ਸ਼ਾਰਪ ਤਿੱਖੇ ਐਂਗੂਲਰ ਉਹਦੇ ਜਿਹੜੇ ਦਾਣੇਦਾਰ ਹੋਣਗੇ ਤਾਂ ਜੋ ਇੱਕ ਦੂਜੇ ਨੂੰ ਫ੍ਰਿਕਸ ਹੋ ਕੇ ਫ੍ਰਿਕਸ਼ਨ ਪੈਦਾ ਕਰਨਗੇ ਤੇ ਫਿਰ ਜਿਹੜਾ ਬਾਉਂਡ ਹੋਮੋਜੀਨੀਅਸ ਬਣੂਗਾ। should not contain salt, ਲੂਣ ਨਹੀਂ ਹੋਣੇ ਚਾਹੀਦੇ, which attract the moisture from the atmosphere, so it should be degraded। ਇਹ ਜਿਹੜਾ ਹੈ ਇਹ ਮਤਲਬ अच्छी वैडमी, मतलब ब्रीक रेट भी होवे, मोटी भी होवे, मीडियम सारे का मिक्स होवे, ठीक है जी। सो तो बाद यूज ऑफ सैंड, सैंड की वरतों किस होंदी है, यूज इन सैंड मॉर्टर, सीमेंट मॉर्टर, सीमेंट का गारा बनया, लाइट आरटीसीसी प्लेन सीमेंट कंक्रीट इनू कहंदे आ, आरसीसी रीइनफोर्स सीमेंट कंक्रीट एटसेट्रा। सो इन फ्लोरिंग जे फर्स्ट पाने आ उत्थे भी तुसीं देखिया होगा प्लिंथ फिलिंग, आ शब्द आ गया प्लिंथ फिलिंग। कई बार की होंदा कि कई ते मिट्टी की बेयरिंग कैपेसिटी घट होंदी है। प्लिंथ का मतलब होंदा कुर्सी, जिद्दां तुसीं जमीन घर बनाने आ ते पिछले हाल जिहड़ा घर वा ओह जमीन दी कुर्सी जिहड़ी इन्नी उच्ची है, तो मिट्टी की बेयरिंग कैपेसिटी मतलब लोड झल्लण की समर्थ होंदी है, ਉਹਦੇ ਵਿੱਚ ਆਪਾਂ रेत ला दिंदे आ, रेत ਦੀ ਇੱਕ ਤਹਿ ਪਾ ਦਿੰਦੇ ਆ, ਸੋ ਉਹਨੂੰ ਆਪਾਂ प्लिंथ फिलिंग ਕਹਿੰਦੇ ਆ। ਜਿੱਦਾਂ ਕਈ ਨੀਹਾਂ ਲੈਦੀਆਂ ਤੇ ਫਿਰ ਬਾਅਦ ਚ ਕਹਿੰਦੇ ਨਾ ਵੀ ਹੁਣ ਦੋ ਕੰਮ ਰੁਕ ਜਾਓ ਕਿਉਂਕਿ ਨੀਹਾਂ ਦੀ ਭਰਤੀ ਕਰਾਉਣੀ ਆ, ਫਿਰ ਟਰਾਲੀਆਂ ਦੇ ਨਾਲ ਰੇਹੜਿਆਂ ਦੇ ਨਾਲ ਫਿਰ ਉਹ ਮਤਲਬ ਮਿੱਟੀ ਜਿਹੜੀ ਆ ਉਹ ਪਾਈ ਜਾਂਦੀ ਆ। ਸੋ ਕਈ ਜਗ੍ਹਾ ਤੇ ਜਿੱਥੇ ਮਿੱਟੀ ਦੀ ਬੇਰਿੰਗ ਘੱਟ ਆ ਤੇ ਮਤਲਬ ਉੱਥੇ ਆਪਾਂ ਰੇਤ ਦੀ ਫਿਲਿੰਗ ਵੀ ਕਰਦੇ ਹਾਂ। ਬਲਕਿੰਗ ਆਫ ਸੈਂਡ, ਆ ਇੱਕ ਚੀਜ਼ ਬੜੀ ਹੈਗੀ, ਬਲਕਿੰਗ ਆਫ ਸੈਂਡ। ਬਲਕਿੰਗ ਆਫ ਸੈਂਡ ਦਾ ਕੀ ਹੁੰਦਾ ਵਾ, ਬਲਕਿੰਗ ਆਫ ਸੈਂਡ ਦਾ ਕਿ ਜਦੋਂ ਰੇਤ ਮਾਇਸਚਰ ਕੰਟੈਂਟ ਜਿਹੜਾ ਵਾ ਨਾ ਉਹਦੇ ਚ ਨਮੀ ਆ ਜੇ ਤੇ ਉਹਦਾ ਫਿਰ ਵੋਲੀਅਮ ਵੱਧ ਜਾਂਦਾ। ਜਿੱਦਾਂ ਮਤਲਬ ਹੁਣ ਤੁਸੀਂ ਪ੍ਰੈਕਟਿਕਲੀ ਮਿਸਤਰੀਆਂ ਹੋਗੇ ਪ੍ਰੈਕਟੀਕਲ ਦੀ ਫੀਲਡ ਵਿੱਚ ਉਹ ਵੀ ਜਾਂਦੀ, ਜਦੋਂ ਮੀਂਹ ਪੈਂਦਾ ਵਾ ਪਾਣੀ ਦੀ ਕੰਟੈਂਟ ਆਉਂਦੀ ਆ, ਰੇਤ ਦੇ ਵਿੱਚ ਪਾਣੀ ਦਾ ਕੰਟੈਂਟ ਵੱਧ ਜਾਂਦਾ, ਉਹ ਕਰਕੇ ਰੇਤ ਦਾ ਫੈਲਾਅ ਹੋ ਜਾਂਦਾ, ਉਹਦਾ ਵੋਲੀਅਮ ਵੱਧ ਜਾਂਦਾ, ਉਹਦੇ ਬਲਕਿੰਗ ਆਫ ਸੈਂਡ। ਹੁਣ ਬਲਕਿੰਗ ਆਫ ਸੈਂਡ ਨੂੰ ਮੇਜਰ ਕੀਤਾ ਜਾਂਦਾ ਵਾ ਕਿਉਂਕਿ ਜਿੰਨੀ ਰੇਤ ਫਾਈਨ ਹੋਗੀ ਉਨੀ ਉਹਦੀ ਬਲਕਿੰਗ ਜ਼ਿਆਦਾ ਹੁੰਦੀ ਹੈ। ਸੋ ਬਲਕਿੰਗ ਆਫ ਸੈਂਡ ਦੇ ਨਾਲ ਕੀ ਫਰਕ ਪੈਂਦਾ, ਜਦੋਂ ਅਸੀਂ ਵਾਟਰ ਪਾਉਣੇ ਆ, ਜਿੱਥੇ ਹੁਣ ਮੰਨ ਲਓ 1:4 ਰੇਸ਼ੋ ਦੇ ਵਿੱਚ ਆਪਾਂ ਸੀਮਨ ਵਾਟਰ ਯੂਜ਼ ਕਰਨਾ ਵਾ, ਇਹਦਾ ਮਤਲਬ ਆਪਾਂ ਰੇਤ ਜਿਹੜੀ ਆ ਉਹ 4% ਚ ਪਾ ਰਹੇ ਪਰ ਘੱਟ ਪੈ ਰਹੀ ਹੈ। ਰੇਤ ਦੇ ਮੋਇਸਚਰ ਆ ਕਿਉਂਕਿ ਉਹਦੇ ਜਿਹੜੇ ਪੋਰਸ ਹੈਗੇ ਉਹਨਾਂ ਪੋਰਸ ਦੇ ਵਿੱਚ ਪਾਣੀ ਭਰਿਆ, ਇਸ ਕਰਕੇ ਰੇਤ ਫੁੱਲ ਗਈ ਆ, ਮਤਲਬ ਫਿਰ ਉੱਥੇ ਆਪਾਂ ਘੱਟ ਰੇਤ ਪਾਵਾਂਗੇ, ਮਤਲਬ ਇੱਕ ਆਪਾਂ ਪੌਣੇ 4 ਬਾਰ ਤੇ ਹੀ ਆ, ਉਹ ਰੇਤ ਦਾ ਬਲਕਿੰਗ ਹੋਣਾ ਉਹ 4 ਦੀ ਜਗ੍ਹਾ ਤੇ 3.5 ਪੈਣਗੇ, ਫਿਰ ਕੁਆਂਟੀਟੀ ਘੱਟ ਜੂਗੀ ਤੇ ਪਾਣੀ ਦਾ ਕੰਟੈਂਟ ਵੱਧ ਜੂਗਾ। ਇਹਦਾ ਮਤਲਬ ਉਹੀ
ਜਿਹੜੀ strength ਦੇ ਉੱਪਰ ਪੈਂਦਾ। So you then moisture fill of water among the sand will result increase the volume। तो मैं ਤੁਹਾਨੂੰ ਇਹ ਗੱਲ ਨਹੀਂ ਸਮਝੀ। तो moisture content ਜਿਹੜਾ 5 ਤੋਂ 8% increase ਹੈ, ਉਹਦਾ ਵੋਲੀਅਮ ਜਿਹੜਾ ਰੇਟ ਦਾ ਵੀ 5 ਤੋਂ 8% increase depending on the grading of sand। ਕਿ sand ਦਾ grade ਕੀ ਹੈ ਉਹਦੇ ਉੱਪਰ ਡਿਪੈਂਡ ਕਰਦਾ। ਆਹ ਦੇਖੋ ਬਲਕਿੰਗ ਆਫ ਸੈਂਡ ਨਾਲ ਆ ਸੈਂਡ ਦਾ ਢੇਰ ਇੰਨਾ ਹੀ, ਤੇ ਜੇ ਕੋਰਸ ਸੈਂਡ ਹੈਗੀ ਆ ਉਹਦੀ ਬਲਕਿੰਗ ਘੱਟ ਹੁੰਦੀ ਆ, ਮੀਡੀਅਮ ਸੈਂਡ ਦੀ ਥੋੜੀ ਜਿਹੀ ਵੱਧ ਹੁੰਦੀ ਆ, ਤੇ ਜਿਹੜੀ ਫਾਈਨ ਸੈਂਡ ਹੈਗੀ ਆ ਜਿਹੜੀ ਬਲਕਿੰਗ ਉਹਦਾ ਵੋਲਿਊਮ ਕਿੰਨਾ ਵੱਧ ਗਿਆ, ਤੁਸੀਂ ਆਪ ਗ੍ਰਾਫ ਨਾਲ ਵੇਖਦੇ। ਇਸ ਤੋਂ ਬਾਅਦ ਐਗਰੀਗੇਟ। ਐਗਰੀਗੇਟ ਕੀ ਹੁੰਦਾ ਵਾ, ਜਿਹੜੀ ਬਜਰੀ ਆ, ਸ਼ਿੰਗਲ, ਫਿਰ ਕ੍ਰੈਸ਼ਰ। ਐਗਰੀਗੇਟਸ ਆਰ ਇੰਪੋਰਟੈਂਟ ਕੰਸਟੀਟੂਐਂਟ ਇਨ ਕੰਕਰੀਟ। ਕੰਕਰੀਟ ਵਿੱਚ ਮੁੱਖ ਜਿਹੜੀ ਤੱਤ ਆ ਉਹ ਮਤਲਬ ਜਿਹੜੀ ਐਗਰੀਗੇਟ ਬਣਦਾ ਵਾ। ਸੋ ਦੇ ਗਿਵ ਬੋਡੀ ਟੂ ਕੰਕਰੀਟ। ਕੰਕਰੀਟ ਨੂੰ ਉਹ ਇੱਕ ਬੋਡੀ ਦਿੰਦਾ ਵਾ, ਰਿਡਿਊਸ ਸ਼੍ਰਿੰਕੇਜ, ਮਤਲਬ ਸ਼੍ਰਿੰਕੇਜ ਨੂੰ ਇਫੈਕਟ ਆਫ ਇਕੋਨਮੀ ਨੂੰ ਵੀ ਮਤਲਬ ਪੈਸਾ ਵਾ। ਜੇ ਰੇਤ ਜਿਹੜੀ ਆ ਦੇਖੋ ਉਹ ਵੀ ਕੰਕਰੀਟ ਪਾਉਂਦੇ ਆ, ਜਿੱਦਾਂ ਆਪਾਂ ਗੱਲ ਕਰਦੇ ਹਾਂ 15 ਕੰਕਰੀਟ। 15 ਕੰਕਰੀਟ ਵਿੱਚ 1 2 4 ਰੇਸ਼ੋ ਹੁੰਦੀ ਹੈ। ਇੱਕ ਬਾਲਟਾ ਸੀਮੈਂਟ ਦਾ ਹੁੰਦਾ, 2 ਬਾਲਟੇ ਰੇਤ ਦੇ ਹੁੰਦੇ ਆ, ਤੇ 4 ਬਾਲਟੇ ਬੱਚੇ ਦੇ ਹੁੰਦੇ ਆ। ਮਤਲਬ ਇੱਕ ਬਾਈਂਡਿੰਗ ਮਟੀਰੀਅਲ ਨੂੰ ਸੀਮੈਂਟ ਕਹਿ ਸਕਦੇ ਆ, 1 ਬਾਲਟੇ ਜਿਹੜੇ ਆ ਉਹ ਤੁਹਾਡਾ ਫਾਈਨ ਐਗਰੀਗੇਟ ਜਿਹੜੀ ਰੇਤ ਹੋਗੀ, ਤੇ 4 ਬਾਲਟੇ ਜਿਹੜੇ ਆ ਉਹ ਤੁਹਾਡਾ ਕੋਰਸ ਐਗਰੀਗੇਟ ਹੋਊਗਾ। ਸੋ ਇਟ ਇਜ਼ 70 to 80% ਟੋਟਲ ਵੋਲਿਊਮ ਆਫ ਕੰਕਰੀਟ। मतलब ਜਿਹੜਾ ਕੰਕਰੀਟ ਹੁੰਦਾ ਉਹ 70 ਤੋਂ 80% ਜਿਹੜਾ ਇੱਕ ਵਾਰ ਕੰਸੀਡਰ ਕੈਮੀ ਇਨਐਕਟਿਵ ਐਂਡ ਐਕਟਿਵ ਐਜ਼ ਫਿਲਰ ਮਟੀਰੀਅਲ। ਜਿਹੜਾ ਐਗਰੀਗੇਟ ਆ ਉਹ ਕੈਮੀਕਲੀ ਇਨਐਕਟਿਵ। ਆ ਸ਼ਬਦ ਇੱਕ ਹੈ ਇਨਐਕਟਿਵ। ਇਨਐਕਟਿਵ ਦਾ ਮਤਲਬ ਜਿਹੜਾ ਐਕਟ ਨਹੀਂ ਕਰਦਾ। ਮਤਲਬ ਤੁਸੀਂ ਹੁਣ ਮੈਨੂੰ ਪ੍ਰੈਕਟੀਕਲੀ ਸਮਝਾਉਣਾ ਕਿ ਜਦੋਂ ਰੇਤ ਅਸੀਂ ਪਾਉਂਦੇ ਆ, ਬਜਰੀ ਪਾਉਂਦੇ ਆ, ਸੀਮਿੰਟ ਪਾਉਂਦੇ ਆ, ਪਾਣੀ ਦੇਖੋ ਸੀਮਿੰਟ ਤੇ ਪਾਣੀ ਆਪਸ ਵਿੱਚ ਰਿਐਕਸ਼ਨ ਕਰਦੇ ਆ। ਮਤਲਬ ਰਿਐਕਸ਼ਨ ਜਿਹੜਾ ਵਾ ਪਾਣੀ ਤੇ ਸੀਮਿੰਟ ਦਾ ਹੁੰਦਾ, ਪਰ ਜਿਹੜਾ ਰੇਤ ਤੇ ਬਜਰੀ ਆ ਉਹ ਜਿੱਦਾਂ ਟਰੈਕਟਰ ਚੱਲਦਾ ਤੇ ਟਰਾਲੀ ਮਗਰ ਜਾਂਦੀ। ਟਰਾਲੀ ਉਹਦਾ ਮਤਲਬ ਕੀ ਕੰਮ ਕਰਦੀ ਹੈ ਵੀ ਟਰਾਲੀ ਜਿਵੇਂ ਮਤਲਬ ਟਰੈਕਟਰ ਚੱਲੂਗਾ ਟਰਾਲੀ ਉਹਦੇ ਨਾਲ ਦੀ, ਟਰੈਕਟਰ ਜਦ ਇੰਜਨ ਚੱਲੂਗਾ ਗੱਡੀ ਦੇ ਡੱਬੇ ਬਣਨਗੇ। ਸੋ ਇਸ ਤਰ੍ਹਾਂ ਜਿਹੜਾ ਕੱਲੀ ਬਜਰੀ ਤੇ ਰੇਤ ਤੁਸੀਂ ਪਾਓ, ਪਾਣੀ ਪਾ ਦਿਓ ਤੇ ਕੀ ਉਹ ਬਣ ਜੂਗਾ? ਨਹੀਂ, ਕਿਉਂਕਿ ਪਾਣੀ ਤੇ ਸੀਮਿੰਟ ਜਦੋਂ ਆਪਸ ਵਿੱਚ ਮਿਲਣਾ ਵਾ ਤੇ ਉਹ ਰਿਐਕਸ਼ਨ ਬਣਨਾ ਵਾ, ਉਹਨੂੰ ਰਿਐਕਸ਼ਨ ਨੂੰ ਟੈਕਨੀਕਲੀ ਹਾਈਡਰੇਸ਼ਨ ਰਿਐਕਸ਼ਨ ਕਹਿੰਦੇ ਆ। ਸੋ ਜਿਹੜਾ ਫਿਰ ਇਹ ਐਗਰੀਗੇਟ ਆ ਇਹ ਇੱਕ ਇਨਰਟ ਮਟੀਰੀਅਲ ਆ। ਫਿਰ ਸਾਡੇ ਟ੍ਰੇਨੀ ਬੈਠੇ ਆ, ਜਦੋਂ ਨਵੇਂ ਕਈ ਵਾਰੀ ਬੂਟ ਲੈਣ ਜਾਂਦੇ ਆ, ਹੁਣ ਸਾਡੇ ਬੱਚਿਆਂ ਦੀ ਹਵਾ ਬੜੀ ਤਾਂ ਅੱਜ ਕੱਲ੍ਹ ਹੁੰਦੀ ਆ, ਉਹ ਕਹਿੰਦੇ ਮੈਂ ਰਿਬੌਕ ਦੇ ਬੂਟ ਲੈਣੇ ਆ, ਜਾਂ ਕਈ ਵਾਰੀ ਚਮੜੇ ਦੇ ਲੈ ਕੇ ਆਉਂਦੇ ਆ ਤੇ ਬਾਅਦ ਵਿੱਚ ਕਾਲ ਤੇ ਹੁੰਦਾ ਕੀ ਆ ਵੀ ਉਹ ਪ੍ਰੈਸ ਨਾਲ ਕੀ ਆ ਮਟੀਰੀਅਲ ਉਹਨੂੰ ਕੀਤਾ ਹੁੰਦਾ। ਸੋ ਥੋੜੀ ਜਿਹੀ ਗੱਲ ਕੀ ਆ, ਸੋ ਇਹ ਕੰਕਰੀਟ ਇਹ ਇੱਕ ਫਿਲਟ ਮਟੀਰੀਅਲ ਹੈਗਾ ਵਾ, ਉਹਦੇ ਵਿੱਚ ਇਹ ਐਕਟਿਵ ਨਹੀਂ ਹੁੰਦਾ, ਪਰ ਇਹ ਮਤਲਬ ਇੱਕ ਇਨਐਕਟਿਵ ਮਟੀਰੀਅਲ ਬਟ ਇਟ ਇਜ਼ ਸੈਡ ਟੂ ਬੀ ਇਨਰਟ ਮਟੀਰੀਅਲ। ਆ ਤੁਸੀਂ ਫੋਟੋ ਵੇਖ ਬਜਰੀ ਦੀ, ਬਜਰੀ ਦੀਆਂ ਵੱਖ-ਵੱਖ ਸਾਈਜ਼ ਦਿੱਤੇ ਹੈਗੇ ਨੇ। ਇਸ ਤੋਂ ਬਾਅਦ ਕਲਾਸੀਫਿਕੇਸ਼ਨ ਆਫ ਐਗਰੀਗੇਟ। ਐਗਰੀਗੇਟ ਦੀ ਕਲਾਸੀਫਿਕੇਸ਼ਨ ਅੱਜ ਵੇਖ ਸਕਦੇ ਹਾਂ ਆਪਾਂ। ਨਾਰਮਲੀ ਜਿਹੜੀ ਡੈਂਸਿਟੀ ਕੰਕਰੀਟ ਪ੍ਰੋਡਿਊਸ ਦਾ 2300 ਤੋਂ 2600 ਕੇਜੀ 1 ਮੀਟਰ ਕਿਊਬ ਦੇ ਵਿੱਚ 626 ਕਿਲੋਗ੍ਰਾਮ ਜਿਹੜੀ ਬਜਰੀ ਪੈ ਸਕਦੀ ਹੈ। ਇਹਦੇ ਵਿੱਚ ਸਟੈਂਡ ਗ੍ਰੈਲ ਗ੍ਰੇਨਾਈਟ ਆਪਾਂ ਕਹਿ ਸਕਦੇ ਹਾਂ। ਲਾਈਟ ਡੈਂਸਿਟੀ ਜਿਹੜੀ ਕੰਕਰੀਟ ਪ੍ਰੋਡਿਊਸ 1200 ਤੋਂ ਲੈ ਕੇ 1850 ਮੀਟਰ ਕਿਊਬ। ਫਾਰਮ ਸਲੈਗ ਰਾਈਸਕ, ਆ ਸ਼ਬਦ ਇੱਕ ਹੈ ਰਾਈਸਕ। ਕੀ ਚੀਜ਼ ਹੁੰਦੀ ਆ, ਤੁਸੀਂ ਚੌਲ ਜਦੋਂ ਅੱਜ ਕੱਲ ਵੇਖੇ ਹੋਣਗੇ, ਚੌਲਾਂ ਨੂੰ ਜਦੋਂ ਛੱਡਦੇ ਆ ਤੇ ਜਿਹੜੀ ਉਹਦਾ ਚੌਲਾਂ ਦੀ ਪੰਜਾਬੀ ਵਿੱਚ ਸ਼ਬਦ ਆ ਫੱਕ, ਜਿਹੜੀ ਚੌਲਾਂ ਦੀ ਫੱਕ ਬਣ ਉਹਨੂੰ ਆਪਾਂ ਰਾਈਸ ਹਸਕ ਕਹਿੰਦੇ ਆ। ਸੋ ਇਸ ਤਰ੍ਹਾਂ from the 4000 ਤੋਂ 5000 kg ਮੀਟਰ ਕਿਊਬ ਤੇ ਬੈਰਾਈਟ, ਮੈਗਨੇਟਿਕ, ਹੈਮੇਟਾਈਟ ਇਹ ਉਹਦੇ ਵਿੱਚ ਹੁੰਦੇ ਨੇ ਬੇਸਡ ਔਨ ਸਾਈਜ਼। ਸਾਈਜ਼ ਦੇ ਉੱਪਰ ਜਿੱਦਾਂ ਫਾਈਨ ਐਗਰੀਗੇਟ ਆ ਜਿਹਦਾ ਸਾਈਜ਼ 475 mm। ਦੇਖੋ ਕਿ ਸਾਰਿਆਂ ਦੇ ਘਰ ਵਿੱਚ 8 ਗੁੰਦੇ ਹੋਗੇ,
सो आटे ਨੂੰ ਤੋਂ ਪਹਿਲਾਂ ਆਪਾਂ ਇੱਕ ਛਾਨਣੀ ਹੁੰਦੀ ਆ, ਉਹਦੇ ਵਿੱਚ ਛਾਣਿਆ ਤੇ ਛਾਨਣੀ ਦੇ ਜਿਹੜਾ ਬੂਰਾ ਹੁੰਦਾ ਧੂਆ ਹੁੰਦਾ ਵਾ ਇਹਨੂੰ ਛਾਣ ਬਰਾਬਰ ਉਹ ਮਤਲਬ ਉਹਦੇ ਉੱਪਰ ਆ ਜਾਂਦਾ ਤੇ ਆਟਾ ਨਿਕਲ ਜਾਂਦਾ। ਇਹਦਾ ਮਤਲਬ ਇੱਕ ਛਾਨਣੀ ਆ, ਉਹਦਾ ਜਿਹੜਾ ਛਾਨਣੀ ਦੇ ਜਿਹੜੇ ਛੇਕ ਆ ਉਹ 4.75 mm ਆ ਤੇ ਉਹਦੇ ਵਿੱਚੋਂ ਮਤਲਬ ਜਿਹੜੇ ਪਾਸ ਹੋ ਜਾਣ, ਮਤਲਬ ਫਾਈਨ ਕਿ ਜਿਹੜੇ ਹੁੰਦੇ ਉਹਦੇ ਤੋਂ ਪਾਸ ਹੋ ਜਾਣ, ਉਹਦੇ ਵਿੱਚ ਅੜਨਾ 4.75 mm ਤੋਂ ਘੱਟ ਹੁੰਦੇ ਨੇ, ਉਹਨੂੰ ਕੀ ਕਹਿੰਦੇ ਨੈਗੇਟਿਵ। ਜਿਹੜੇ ਘੱਟ ਹੁੰਦੀ ਆ ਸੈਂਡ ਰੌਕ ਡਸਟ ਜਿਹੜੀ ਆਪਾਂ ਇਹਦੀ ਲੱਗੀ ਆ ਉਹ ਸੈਂਡੀਕੇਟ, ਠੀਕ ਹੈ। ਉਹਨੇ ਜੇ 4.75 ਦੀ ਛਾਨਣੀ ਵਿੱਚ ਅੜ ਜਾਂਦੇ ਆ, ਜਿਵੇਂ ਤੁਸੀਂ ਚਾਹ ਬਣਾਉਂਦੇ ਆ ਤੇ ਚਾਹ ਪਾਉਂਦੇ ਆ ਤੇ ਪੱਤੀ ਵਿੱਚ ਅੜ ਜਾਂਦੀ ਆ, ਇਹਦਾ ਮਤਲਬ ਪੱਤੀ ਜਿਹੜੀ ਆ ਉਹ ਮਤਲਬ ਇਸ ਤਰ੍ਹਾਂ ਜਿਹੜੀ ਕੋਰਸ ਐਗਰੀਗੇਟ ਆ ਜੇ ਛਾਨਣੀ ਆ ਜਦੋਂ ਸੀਬ ਐਨਾਲਿਸਿਸ ਕੀਤਾ ਜਾਂਦਾ 4.75 ਵਾਲੀ ਕਾਊਂਟ ਜਿਹੜੀ ਛਾਨਣੀ ਆ ਉਹਦੇ ਵਿੱਚ ਜਿਹੜਾ ਐਗਰੀਗੇਟ ਆਵੇ ਉਹ ਚ ਨਾ ਉਹਨੂੰ ਵੀ ਕਹਿੰਦੇ ਕੋਰਸ ਐਗਰੀਗੇਟ। ਤੋਂ ਬਲਕਿੰਗ ਇਹਦੇ ਵਿੱਚ ਮਤਲਬ ਮੋਰ ਜਿਵੇਂ ਗ੍ਰੈਵਲ। ਇਸ ਤੋਂ ਬਾਅਦ ਬੇਸਡ ਔਨ ਸ਼ੇਪ ਰਾਉਂਡ ਗੋਲ ਹੁੰਦੇ ਨੇ, ਇਰਰੈਗੂਲਰ ਹੁੰਦੇ ਨੇ, ਐਂਗਲ ਹੁੰਦੇ ਨੇ, ਫਲੈਕੀ। ਫਲੈਕੀ ਜਿੱਦਾਂ ਦਾ ਚੌੜਾ ਜਿਹਾ ਜਿਹੜਾ ਚੌੜਾ ਜਿਹਾ ਉਹਨੂੰ ਫਲੈਕੀ ਆਪਾਂ ਕਿਹਾ ਜਾਂਦਾ। ਸੋ ਮੈਂ ਫੋਟੋ ਨੂੰ ਦਿਖਾਉਣਾ ਵਾ ਇਹਦੀ ਬਾਅਦ ਚ। ਬੇਸਡ ਔਨ ਸਟਰਕਚਰ ਦੇ ਉੱਪਰ ਜਿੱਦਾਂ ਗਾਸੀ ਆ ਤੇ ਸਮੂਥ ਆ, ਗ੍ਰੈਨੂਲਰ ਆ, ਦਾਣੇਦਾਰ ਆ, ਲਾਈਨ ਰਵੇਦਾਰ ਆ, ਹਨੀਕॉम ਐਂਡ ਪੋਰਸ ਆ, ਮਤਲਬ ਉਹਦੇ ਵਿੱਚ ਪੋਰ ਨੇ। ਹਨੀਕॉम ਜਿੱਦਾਂ ਮਤਲਬ ਮੱਕੀਆਂ ਦਾ ਛੱਤਾ ਹੁੰਦਾ ਤੇ ਸ਼ੀਪ ਹੁੰਦੇ ਕਿ ਨਹੀਂ, ਇਸ ਤਰ੍ਹਾਂ ਉਹਦੇ ਵਿੱਚ ਐਗਰੀਗੇਟ ਤੁਹਾਨੂੰ ਛੋਟੇ ਛੋਟੇ ਪੋਰਸ ਮਿਲਣਗੇ। ਰਿਕੁਆਇਰਮੈਂਟ ਟੂ ਗੁੱਡ ਐਗਰੀਗੇਟ ਮਤਲਬ ਤੁਸੀਂ ਇੰਜੀਨੀਅਰ ਜੋ ਟੈਕਨੀਸ਼ੀਅਨ ਜੋ ਤੁਹਾਨੂੰ ਮਤਲਬ ਤੁਸੀਂ ਗੁੱਡ ਐਗਰੀਗੇਟ ਆ ਉਹ ਕਿਸ ਤਰ੍ਹਾਂ ਲੈ ਕੇ ਆਓਗੇ। ਸਭ ਤੋਂ ਪਹਿਲਾਂ ਦਿਮਾਗ ਆਊਗਾ ਸ਼ੁੱਡ ਬੀ ਹਾਰਡ, ਉਹ ਹਾਰਡ ਹੋ ਜਾਈਦਾ, ਸਟਰੋਂਗ ਹੋਣਾ ਚਾਹੀਦਾ, ਡਿਊਰੇਬਲ ਹੋਣਾ ਚਾਹੀਦਾ। ਡਿਊਰੇਬਲ ਦਾ ਵੈਦਰਿੰਗ ਏਜੰਸੀ ਨੂੰ ਝੱਲ ਸਕਦਾ ਹੋਵੇ, ਪਾਣੀ ਖਾਦ ਤੇ ਅਸਰ ਨਾ ਹੋਵੇ, ਫ੍ਰੀ ਫਰੋਮ ਆਰਗੈਨਿਕ ਕੰਪਾਊਂਡ, ਜਿਹੜੇ ਆਰਗੈਨਿਕ ਉਤੋਂ ਫ੍ਰੀ ਹੋਣਾ ਚਾਹੀਦਾ, ਫ੍ਰੀ ਫਰੋਮ ਗ੍ਰਾਸ ਘਾਹ ਐਂਡ ਰੂਟ, ਜੜਾ ਤੋਂ ਉਹਦੇ ਚ ਕੋਈ ਘਾਹ ਉਸ ਜਿਹੜੀ ਹੋਣੀ ਚਾਹੀਦੀ। ਇਹ ਕੰਟੈਂਟ ਜਿਹੜਾ ਉਹਦੇ ਵਿੱਚ not exceed 4%, ਚੀਕਨੀ ਮਿੱਟੀ ਦਾ ਕੰਟੈਂਟ 4% ਤੋਂ ਵੱਧ ਹੋਣਾ ਚਾਹੀਦਾ। ਗੁੱਡ ਸਾਊਂਡਨੈਸ ਹੋਣੀ ਚਾਹੀਦੀ ਆ, ਫਾਈਨ ਐਗਰੀਗੇਟ ਵੀ ਹੋਵੇ, ਉਹਦੇ ਵਿੱਚ ਕੋਰਸ ਵੀ ਹੋਵੇ, ਕਿਉਂਕਿ ਜਿਹੜਾ ਐਗਰੀਗੇਟ ਆ ਜਿਹੜੀ ਆ ਸਰਾਖਾਂ ਨੂੰ ਭਰਦਾ ਵਾ। ਫਾਈਨ ਐਗਰੀਗੇਟ ਜਿਹੜੇ ਸੁਰਾਖ ਰਹਿ ਜਾਂਦੇ ਆ ਉਹਨੂੰ ਫਿਰ ਕਰਦਾ ਵਾ ਸੀਮੈਂਟ। ਤੋਂ ਇਹਦਾ ਮਤਲਬ ਉਹ ਫਿਰ ਕੀ ਬਣ ਜਾਂਦਾ ਬਾਉਂਡ। ਸੋ ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਵਾ ਯੂਜ਼ ਆਫ ਸੀਏ ਦਾ ਕੋਰਸ ਐਗਰੀਗੇਟ ਫਿਲਰ ਮਟੀਰੀਅਲ ਪੀਸੀਸੀ ਐਂਡ ਆਰਸੀਸੀ। ਪੀਸੀਸੀ ਤੇ ਆਰਸੀਸੀ ਦੇ ਵਿੱਚ ਜਿਹੜਾ ਫਿਲਰ ਮਟੀਰੀਅਲ ਆ ਉਹਨੂੰ ਮਤਲਬ ਉਹਦੇ ਚ ਯੂਜ਼ ਕੀਤਾ ਜਾਂਦਾ। ਫਿਲਰ ਆਪਾਂ ਪਾਉਣ ਵਾਸਤੇ use as base course material for road work, ਜਿਹੜੇ ਸੜਕਾਂ ਦੀਆਂ ਸੜਕਾਂ ਤੇ ਆਪਾਂ ਬੇਸ ਕੋਰਸ ਪਾਉਂਦੇ ਆ ਉਹਦਾ ਜਿਹਦਾ ਇੱਕ ਸਬਗ੍ਰੇਡ ਹੁੰਦਾ ਲੇਅਰ, ਉਹ ਤੋਂ ਬਾਅਦ ਬੇਸ ਕੋਰਸ ਆ ਤੇ ਵੇਖਿਆ ਮੋਟਾ ਪੱਥਰ ਪਾਇਆ ਜਾਂਦਾ ਤੇ ਮੋਟਾ ਪੱਥਰ ਬੀਬੀਆਂ ਬੀਬੀਆਂ ਲੱਗੀਆਂ ਹੁੰਦੀਆਂ ਤੇ ਪਰ ਨੂੰ ਚੱਲਣ ਦਿਆ ਹੁੰਦਾ ਤੇ ਉਹ ਮਤਲਬ ਮੋਟਾ ਪੱਥਰ ਫਿਰ ਉਹ ਕ੍ਰੈਸ਼ਰ ਆ ਜਿੱਦਾਂ ਮਤਲਬ ਸਾਰਾ ਕੁਝ ਜਿਹੜਾ ਵਾ ਉਹ ਰੋਡ ਵਰਕ ਚ ਪਾਉਂਦੇ ਆ। use as railway basalt, ਮਤਲਬ ਰੇਲਵੇ ਬਲਾਸਟ ਦਾ ਉਹ ਜਿਹੜਾ ਤੁਹਾਨੂੰ ਉਧਰ ਵੀ ਦੱਸਿਆ ਸੀਗਾ ਰੇਲਵੇ ਲਾਈਨ ਦੇ ਥੱਲੇ ਜਿਹੜਾ ਮੋਟਾ ਪੱਥਰ ਪਾਇਆ ਜਾਂਦਾ ਵਾ ਉਹਦੇ ਵਿੱਚ ਵੀ ਜਿਹੜਾ ਕੋਰਸ ਐਗਰੀਗੇਟ ਨੂੰ ਯੂਜ਼ ਕੀਤਾ ਜਾਂਦਾ। ਲੋ ਜੀ ਟੈਸਟ ਔਨ ਐਗਰੀਗੇਟ ਟੈਸਟ ਕੀਤੇ ਜਾਂਦੇ। ਐਗਰੀਗੇਟ ਟੈਸਟਿੰਗ ਵੈਲਿਊ ਟੈਸਟ, ਐਗਰੀਗੇਟ ਇੰਪੈਕਟ ਟੈਸਟ। ਇੰਪੈਕਟ ਵੈਲਿਊ ਕੀ ਹੁੰਦੀ ਆ ਵੀ ਜਿਹੜਾ ਮਤਲਬ ਕੋਈ ਚੀਜ਼ ਇੱਕਦਮ ਸਡਨਲੀ ਕਿਤੇ ਲੋਡ ਪੈ ਜੀ, ਮਤਲਬ ਜਿੱਦਾਂ ਇੱਕਦਮ ਹਥੌੜਾ ਵੱਜਦਾ ਤੇ ਚੀਜ਼ ਨੂੰ ਤੋੜ ਦਿੰਦਾ। ਸੋ ਇੰਪੈਕਟ ਟੈਸਟ ਕਿਉਂ ਕੀਤਾ ਜਾਂਦਾ ਕਿਉਂਕਿ ਸੜਕਾਂ ਦੇ ਵਿੱਚ ਆਪਾਂ ਨੂੰ ਯੂਜ਼ ਕਰਨਾ ਵਾ ਤੇ ਵੱਡੇ ਵੱਡੇ ਵਾਹੀਕਲ ਦਾ ਟਾਇਰ ਇੱਕਦਮ ਇੰਪੈਕਟ ਲੋਡ ਕਰਨਾ ਉਹਦੇ ਨਾਲ ਫਿਰ ਉਹਦੇ ਉਹ ਨੂੰ ਚੱਲੇਗਾ। ਐਗਰੀਗੇਟ ਐਬਰੇਜ਼ਨ ਐਬਰੇਜ਼ਨ ਦਾ ਮਤਲਬ ਹੁੰਦਾ ਕਿ ਉਹ ਆਪਸੀ ਖਾੜ ਜਿੱਦਾਂ ਇਹ ਨਾ ਚੱਲਦੇ ਟਰੱਕ ਤੇ ਟਾਇਰ ਦੇ ਨਾਲ ਜਿਹੜਾ ਐਗਰੀਗੇਟ ਆ ਉਹ ਐਗਰੀਗੇਟ ਕਿਸ ਲਈ ਉਹਦੇ ਨਾਲ ਕਿ ਜਿੱਦਾਂ ਦੋ ਪਿੰਡਾਂ ਵਾਲੇ ਬੱਚੇ ਬੈਠੇ ਹੋਣਗੇ ਵੀ ਦੋ ਢੀਮਾਂ ਫੜੀਆਂ ਹੋਈਆਂ, ਢੀਮਾਂ ਮਿੱਟੀ ਦੇ ਢੇਲੇ, ਉਹਨਾਂ ਨੂੰ ਆਪਸ ਚ ਰਗੜੋਗੇ ਤੇ ਉਹ ਆਪਸ ਵਿੱਚ ਰਗੜੇ ਜਾਣਗੇ। ਇੱਕ ਸਮਾਂ ਮਿੱਟੀ ਰਹਿ ਜੂ, ਦੋ ਪੱਥਰਾਂ ਨੂੰ ਰਗੜੋਗੇ ਤੇ ਵਿੱਚੋਂ ਨਿਕਲਣੀ ਸ਼ੁਰੂ ਹੋ ਜੂਗੀ। ਮਤਲਬ ਉਹ ਬ੍ਰਿਜ਼ਨ ਟੈਸਟ ਨੂੰ ਚੈੱਕ ਕੀਤਾ ਜਾਂਦਾ।
ਉਹਦੀ ਸਪੈਸਿਫਿਕ ਗ੍ਰੈਵਿਟੀ ਨੂੰ ਕੀਤਾ ਜਾਂਦਾ, ਉਹਦੀ ਵਰਕ ਡੈਂਸ ਚੈੱਕ ਕੀਤਾ ਜਾਂਦਾ, ਉਹਦੇ ਐਬਜ਼ੌਰਪਸ਼ਨ ਟੈਸਟ ਨੂੰ ਮਾਸਟਰ ਕੋਰੈਂਟ ਕਿੰਨਾ ਪਾਣੀ ਐਬਜ਼ੌਰਬ ਕਰਦਾ ਉਹਨੂੰ ਟੈਸਟ ਕੀਤਾ ਜਾਂਦਾ। ਫਾਈਨੈਂਸ ਉਹਦਾ ਕਿੰਨਾ ਵਾ, तो फ्लैंकी इंडेक्स कितना वा, कितना फ्लैंकी है, चपटा कितना का ते एलोंगेशन कितना का लंबा, सो ओनू आपां चेक कीता जाए एग्रीगेट। आ देखो खबरां दे एग्रीगेट तुसीं फोटो च दे रहे हैं कोर्स एग्रीगेट। आ देखो हुण तुसीं आ कोर्स एग्रीगेट दी फिगर आ, ओदे च देखो फाइन भी आ, ठीक है ना। आ देखो हुण तुसीं देखिया कुछ पत्थर तो लंबे नजर आउंदे थल्ले तीजी वाली दूजी वाली फोटो ते, कुछ पत्थर चौड़े चौड़े नजर आउंदे, वेखो ਇਹ ਕੀ ਹੈ ਫਲੈਕੀ, ਇਹਦੀ ਫਲੈਕੀਨੈਸ ਚੈੱਕ ਕੀਤੀ ਜਾਂਦੀ ਹੈ। ਐਲੋਂਗੇਸ਼ਨ ਕਿੰਨਾ ਦਾ ਜਿਹੜਾ ਆਪਾਂ ਐਜ਼ ਕੰਸਟਰਕਸ਼ਨ ਮਟੀਰੀਅਲ ਯੂਜ਼ ਕਰ ਸਕੀਏ। ਐਗਰੀਗੇਟ ਬਾਰੇ ਗੱਲ ਹੋ ਗਈ ਕਿ ਐਗਰੀਗੇਟ ਦੀ ਸਾਈਜ਼ ਜਿਹੜਾ 4.75 ਤੋਂ ਲੈਸ ਹੁੰਦਾ, ਕੋਰਸ ਐਗਰੀਗੇਟ ਜਿਹੜਾ 4.75 ਤੋਂ ਵੱਧ ਹੁੰਦਾ ਪਰ 80 mm ਤੋਂ ਘੱਟ, ਮਤਲਬ 80 mm ਤੋਂ ਲੈ ਕੇ 4.75 mm। ਜਿਹੜਾ 80 mm ਤੋਂ ਉੱਪਰ ਵੱਧ ਹੁੰਦਾ ਨਾ ਉਹ ਹੁੰਦਾ ਬੋਲਡਰ ਫਾਰਮ, ਜਿਹਨੂੰ ਆਪਾਂ ਢੇਲੇ ਕਹਾਂਗੇ ਪੰਜਾਬੀ ਦੇ ਢੇਲੇ। ਲਓ ਜੀ ਟਿੰਬਰ ਲੱਕੜ ਆ, ਜੇ ਆਪਾਂ ਆਪਣੇ ਇਮਾਰਤੀ ਕੰਮਾਂ ਵਾਸਤੇ ਕਰਦੇ ਆ ਡੈਟ ਇਜ਼ ਟਿੰਬਰ। ਉਹ ਟਿੰਬਰ ਨੈਚੁਰਲ ਟਿੰਬਰ ਹੋ ਗਈ ਜਿੱਦਾਂ ਬਬਲ, ਓਕ, ਪਾਈਨ, ਮੈਂਗੋ, ਸਾਲ, ਨੀਮ, ਪਾਲਮ, ਚੀਰ, ਇਹ ਸਾਰੀ ਤੁਹਾਡੀ ਮਤਲਬ ਨੈਚੁਰਲ ਲੱਕੜ ਹੈਗੀ ਆ। ਪਰ ਅੱਜ ਕੱਲ ਵੇਖੋ ਤੁਸੀਂ ਕਿਉਂਕਿ ਮਾਡਰਨ ਟੈਕਨੀਕ ਹੋ ਗਈ ਹੈ ਤੇ ਲੱਕੜ ਜਿਹੜੀ ਆ ਉਹ ਮਤਲਬ ਬੋਰਡ ਦੇ ਰੂਪ ਚ ਵਨੀਰ, ਪਲਾਈਵੁੱਡ, ਫਾਈਬਰ ਬੋਰਡ ਹੁੰਦੇ ਨੇ, ਇਸ ਤਰ੍ਹਾਂ ਕੰਪੈਕਟ ਟਿੰਬਰ ਹੁੰਦੀ, ਮਤਲਬ ਤੁਸੀਂ ਵੇਖਿਆ ਨਾ ਬੋਰਡ ਹੁੰਦੇ ਆ ਅੱਜ ਕੱਲ ਬੋਰਡ ਦੇ ਫਲਸ਼ ਬੋਰਡ ਜਿਹਨੂੰ ਕਹਿੰਦੇ ਆ। ਸੋ ਉਹ ਸਾਰਾ ਜਿਹੜਾ ਟਿੰਬਰ ਆ ਉਹ ਆਪਾਂ ਇੰਡਸਟਰੀਅਲ ਟਿੰਬਰ ਕਹਿੰਦੇ ਆ, ਉਹ ਇੰਜੀਨੀਅਰਿੰਗ ਕਹਿੰਦੇ, ਉਹ ਮਤਲਬ ਆਰਟੀਫਿਸ਼ੀਅਲ ਹੈ। ਲਓ ਜੀ ਟਿੰਬਰ ਦੀ ਰਿਕੁਆਇਰਮੈਂਟ, ਇਟ ਸ਼ੁੱਡ ਬੀ ਡੈਂਸ ਹੋਣਾ ਚਾਹੀਦਾ, it should have uniform texture होना चाहिए, it should have dark uniform color होना चाहिए, it should be workable, good machinability, मतलब आरे दे विच ओनू जे कटना वा जां ओनू मशीन दे नाल ओदी कोई शेप बनाउणी आ ते सौखा होना चाहिए। the medullary rays should be compact होनी चाहिए। टिंबर दे यूज रेलवे स्लीपर, ब्रिज, पाइप। हुण रेलवे स्लीपर की है, अजकल तुसीं देखदे आ भी कंक्रीट दे स्लीपर हुंदे आ। ਹੁਣ ਜਿਹੜੀ ਪੁਰਾਣੀਆਂ ਲਾਈਨਸ ਨੇ ਜਿੱਦਾਂ ਅਟਾਰੀ ਵਾਲੇ ਲਾਗੇ ਪਾਸੇ ਜਾਂ ਛਿਆਟੇ ਲਾਗੇ ਪੁਰਾਣੀਆਂ ਜਿਹੜੀਆਂ ਯਾਰ ਚ ਕੁਝ ਲਾਈਨਾਂ ਨੇ, ਜਿਹੜਾ ਤੁਹਾਡਾ ਟਰੈਕ ਹੈਗਾ ਉੱਥੇ ਲੱਕੜ ਦੇ ਸਲੀਪਰ ਤੁਸੀਂ ਦੇਖੋਗੇ। तो फर्नीचर वास्ते यूज करते हैं, टेबल, डेकोरेट पीस, दरवाजे बनाने, पैकिंग मटीरियल, पाइल्स, कार्ट व्हील्स, जिदा मतलब रेड़ियां दे जेड़े मतलब रेड़ियां होंदियां उन्हां दे जेड़े पहिए जेड़े यूज किए जाते हैं, पोल्स, पेन, राफ्टर। राफ्टर की है जिदा शैड पाने आ ਉਹਦੇ ਵਿੱਚ ਆਪਾਂ ਰਾਫਟਰ ਪਾਉਂਦੇ ਆ, ਟਰੱਸ ਜਿਹੜਾ ਹੁੰਦਾ ਵਾ, ਰੂਫਸ, ਪਾਰਟੀਸ਼ਨ ਵਾਲਸ ਹੁੰਦੀਆਂ ਵਾ। ਪਾਰਟੀਸ਼ਨ ਵਾਲ ਤੁਸੀਂ ਬੈਂਕਾਂ 'ਚ ਵੇਖੋਗੇ ਜਾ ਕੇ, ਬੈਂਕ ਵਿੱਚ ਹਾਲ ਹੁੰਦਾ ਵਾ ਤੇ ਹਾਲ ਨੂੰ ਉਹਨਾਂ ਨੇ ਆ ਮੈਨੇਜਰ ਦਾ ਰੂਮ ਆ, ਟੈਲਰ ਦਾ ਰੂਮ ਆ, ਪਰ ਲੱਕੜ ਦੀ ਪਾਰਟੀਸ਼ਨ ਕੀਤੀ ਹੁੰਦੀ ਨਾ, ਤੇ ਪਾਰਟੀਸ਼ਨ ਵਾਲ ਕਾਹਦੀਆਂ ਬਣੀਆਂ ਹੋਈਆਂ ਕਿ ਜਿਹੜੀ ਉਹ ਲੱਕੜ ਦੀਆਂ। ਬੋਟਸ ਕੀ ਹੁੰਦੀਆਂ, ਕਿਸ਼ਤੀਆਂ। ਇਹ ਸਾਰਾ ਟਿੰਬਰ ਦੇ ਨਾਲ ਤੁਸੀਂ ਹੋਰ ਵੀ ਵੱਧ ਤੋਂ ਵੱਧ ਚੀਜ਼ਾਂ ਤੁਸੀਂ ਵੇਖੀਆਂ ਹੋਣਗੀਆਂ ਜਿਹੜੀ ਲੱਕੜ ਦੀਆਂ ਬਣੀਆਂ ਹੁੰਦੀਆਂ। ਲੋ ਜੀ, ਕੁਝ ਲੱਕੜ ਦੇ ਵਿੱਚ ਸਮ ਟੈਕਨੀਕਲ ਟਰਮਸ ਹੈਗੀਆਂ ਵਾ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ, ਕਿਉਂਕਿ ਤੁਸੀਂ ਐਜ਼ ਐਨ ਟੈਕਨੀਸ਼ੀਅਨ, ਐਜ਼ ਐਨ ਇੰਜੀਨੀਅਰ, ਤੁਸੀਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ। ਜਿੱਦਾਂ ਸਟੈਂਡਿੰਗ ਟਿੰਬਰ। ਸਟੈਂਡਿੰਗ ਟਿੰਬਰ ਕੀ ਹੁੰਦੀ ਆ ਵੀ ਉਹ ਲੱਕੜ ਜਿੱਦਾਂ ਤੁਹਾਡੇ ਰੁੱਖ, ਜਦੋਂ ਤੁਸੀਂ ਲਿਵਿੰਗ ਟਰੀ ਹੈਗਾ, ਸੜਕਾਂ ਦੇ ਬਣੇ ਆ ਰੁੱਖ ਉੱਗੇ ਹੁੰਦੇ ਆ, ਟਾਹਲੀਆਂ, ਸਫੈਦੇ, ਇਹ ਤੁਹਾਡੇ ਕੀ ਹੈਗੇ ਨੇ ਸਟੈਂਡਿੰਗ ਟਿੰਬਰ। ਗ੍ਰੀਨ ਟਿੰਬਰ ਕੀ ਹੁੰਦਾ, the freshly felled tree which has not lost much of its moisture। ਜਦੋਂ ਰੁੱਖ ਨੂੰ ਆਪਾਂ ਕੱਟ ਦਿੰਦੇ ਆ, ਕੱਟਣ ਤੋਂ ਬਾਅਦ ਉਹ ਗਿੱਲਾ ਹੁੰਦਾ ਤੇ ਉਹਦੇ ਵਿੱਚ ਹਜੇ ਨਮੀ ਹੁੰਦੀ ਆ ਤੇ ਉਹ ਰੁੱਖ ਮਤਲਬ ਜਿੰਦਾ ਤੇ ਨਹੀਂ ਹੁੰਦਾ ਪਰ ਉਹਨੂੰ ਕੱਟਿਆ ਹੁੰਦਾ ਵਾ, ਉਹ ਲੱਕੜ ਜਿਹੜੀ ਆ ਜਿਹਦੇ ਵਿੱਚ ਮੋਇਸਚਰ ਜ਼ਿਆਦਾ ਹੁੰਦਾ ਉਹਨੂੰ ਆਪਾਂ ਗ੍ਰੀਨ ਟਿੰਬਰ ਕਹਿੰਦੇ ਆ। ਰਫ ਟਿੰਬਰ, ਦਾ ਟਿੰਬਰ ਇਜ਼ ਫਾਰਮ ਆਫ ਫੈਲਡ ਟਰੀ। ਜਿਹੜਾ ਡਿੱਗਾ ਫੈਲਡ ਟਰੀ ਜਿਹੜਾ ਵਾ that is rough timber ਹੋ ਗਿਆ। So converter timber, the timber which sawn into the various market size। ਜਿੱਦਾਂ ਹੁਣ ਲੱਕੜ ਆਈ ਆ, ਤੁਸੀਂ ਵੇਖਦੇ ਆ ਰੁੱਖ ਕੱਟਿਆ, ਰੁੱਖ ਤੋਂ ਬਾਅਦ ਉਹਦੀਆਂ ਮਤਲਬ ਆਰੇ ਤੇ ਉਹਨੂੰ ਮਤਲਬ ਉਹਦੀਆਂ ਸਟੀਰੀਆਂ ਬਣਾ ਲਈਆਂ ਜਾਂਦੀਆਂ,
ਬੀਮਸ ਜਿਹਨੂੰ ਕਹਿੰਦੇ ਆ, ਬੈਟਨ, ਫੱਟੇ, ਪਲੈਂਕਸ ਜਿਹੜਾ ਇਹ ਬਣਾ ਦਿੱਤੇ ਜਾਂਦੇ ਆ, ਉਹ ਤੁਹਾਡਾ ਕਨਵਰਟਰ ਟਿੰਬਰ ਹੋ ਗਿਆ। ਸੋ ਡੈਸਕ ਟਿੰਬਰ ਹੋ ਗਿਆ, ਟਿੰਬਰ ਵਿਚ ਹੈਜ਼ ਬੀਨ ਪਲੇਸਡ ਵਰਕ ਟੂ ਐਗਜ਼ੈਕਟ ਰਿਕੁਆਇਰ, ਜੋ ਵੀ ਤੁਹਾਨੂੰ ਰਿਕੁਆਇਰਮੈਂਟ ਚਾਹੀਦੀ ਹੈ ਉਹਦੇ ਅਕੋਰਡਿੰਗ ਆਪਾਂ ਉਹਨੂੰ ਬਣਾਉਣੇ ਆ, ਵਰਕ ਕਰਦੇ ਆ ਉਹਨੂੰ ਆਪਾਂ ਮਤਲਬ ਕਹਿੰਦੇ ਆ ਡਰੈਸ ਟਿੰਬਰ। ਮਤਲਬ ਅੱਛੀ ਤਰ੍ਹਾਂ ਉਹਨੂੰ ਸਾਫ਼ ਕੀਤਾ ਜਾਂਦਾ, ਉਹਦੇ ਜਿਹੜੇ ਗਾਲ ਗੁਲ ਹੁੰਦੇ ਨੇ, ਨੋਟਸ ਹੁੰਦੇ ਨੇ, ਉਹਨੂੰ ਸਾਫ਼ ਕਰਕੇ, ਮਤਲਬ ਜਿੱਦਾਂ ਆਪਾਂ ਕਹਿੰਦੇ ਵੀ ਯਾਰ ਤਿਆਰ ਹੋ ਜਾ ਯਾਰ, ਆ ਤੇਰੇ ਵਾਲ ਵਾਲੇ ਖਿਲਰੇ ਜਿਹੇ ਹੀ ਹੋ, ਮਤਲਬ ਉਹ ਵੈਲ ਡਰੈਸ ਕੀਤਾ ਜਾਂਦਾ ਉਹਨੂੰ। तो स्ट्रक्चरल timber which used to framing and load bearing structure, ਉਹ ਟਿੰਬਰ ਜਿਹੜਾ ਆਪਾਂ ਲੋਡ ਚੱਕਣ ਵਾਸਤੇ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਹੁੰਦੇ ਉਹਦੀ ਸਟੀਰੀਆਂ ਹੁੰਦੀਆਂ ਸੀ, ਮਤਲਬ ਗਰੀਬ ਬੰਦੇ ਜਿਹੜੇ ਹਜੇ ਵੀ ਆ ਉਹ ਬਾਲਿਆਂ ਦੀਆਂ ਛੱਤਾਂ ਹੁੰਦੀਆਂ ਸੀ, ਤੇ ਬਲ ਜੇ ਉਹ ਲੱਕੜ ਕੀ, ਉਹ ਲੱਕੜ ਕਿਹੜੀ ਯੂਜ਼ ਕਰਦੇ ਆ ਸਟਰਕਚਰ ਵਾਸਤੇ, ਲੋਡ ਚੱਕਣ ਵਾਸਤੇ, ਉਹਨੂੰ ਆਪਾਂ ਸਟਰਕਚਰਲ ਟਿੰਬਰ ਕਹਿੰਦੇ ਆ। ਤਾਂ ਕਲੀਅਰ ਟਿੰਬਰ ਕਲੀਅਰ ਫਰੋਮ ਡਿਫੈਕਟ, ਜਿਹੜੇ ਉਹਦੇ ਜੋ ਵੀ ਡਿਫੈਕਟਸ ਨੇ, ਜਿੱਦਾਂ ਉਹਨੂੰ ਗਾਲ ਹੁੰਦੀ ਆ ਜਾਂ ਸ਼ੇਕਸ ਹੁੰਦੇ ਨੇ, ਜਿਹੜੇ ਉਹਦੇ ਉੱਪਰ ਨੋਟਸ ਹੁੰਦੇ ਨੇ, ਉਹਨਾਂ ਨੂੰ ਸਾਫ਼ ਕਰਕੇ ਜਿਹੜਾ ਦੈਟ ਇਜ਼ ਕਲੀਨ ਟਿੰਬਰ। ਸੋ ਟਿੰਬਰ ਦੀ ਜਿਹੜਾ ਗ੍ਰੀਨ ਟਿੰਬਰ ਆ, ਜਦੋਂ ਮੋਇਸਚਰ ਕੰਟੈਂਟ ਉਹਨੂੰ ਡਾਊਨ ਵਾਸਤੇ ਆਪਾਂ ਉਹਨੂੰ ਕਰਦੇ ਆ ਸੀਜ਼ਨਿੰਗ। ਸੀਜ਼ਨਿੰਗ ਕੀ ਹੁੰਦੀ ਆ? ਮੇਰੇ ਖਿਆਲ ਆ ਸਾਡੇ ਮਤਲਬ ਜਿਹੜੇ ਪੁਰਾਣੇ ਇੰਜੀਨੀਅਰ ਜਾਂ ਮਿਸਤਰੀ ਜਾਂ ਵਰਕਰ ਦੱਸਦੇ ਹੁੰਦੇ ਆ ਵੀ ਜਿਹੜੀ ਪਾਣੀ ਲੱਕੜ ਹੀ ਪਹਿਲਾਂ ਪਹਾੜਾਂ ਚੋਂ ਲੱਕੜ ਨੂੰ ਕੱਟ ਕੇ ਰੋੜ ਦਿੰਦੇ ਸੀ, ਉਹਦੇ ਮਤਲਬ ਲੌਕਸ ਬਣਾ ਕੇ ਧਾਰੀਵਾਲ ਵਾਲੀ ਨਹਿਰ ਦੇ ਵਿੱਚ ਉਹਨੂੰ ਰੋੜ ਦਿੰਦੇ, ਤੇ ਉਹ ਫਿਰ ਲੱਕੜ ਰੋੜਦੀ ਆਉਂਦੀ, ਨਾਲ ਨਾਲ ਉਹਦੀ ਟਰਾਂਸਪੋਰਟੇਸ਼ਨ ਹੋ ਜਾਂਦੀ, ਨਾਲ ਨਾਲ ਉਹਦੇ ਵਿੱਚੋਂ ਮਾਇਸਚਰ ਕੰਟੈਂਟ ਉੱਡ ਜਾਂਦਾ। ਉਹਨੂੰ ਫਿਰ ਆਪਾਂ ਕੀ ਕਹਿੰਦੇ ਸੀਜ਼ਨਿੰਗ ਆਫ ਵੁੱਡ, ਉਹਨੂੰ ਆਪਾਂ ਸੀਜ਼ਨ ਵੁੱਡ ਕਹਿੰਦੇ ਆ। ਇਸ ਤਰ੍ਹਾਂ ਹਵਾ ਦੇ ਵਿੱਚ ਵੀ ਆਪਾਂ ਉਹਨੂੰ ਸੁਕਾ ਲੈਂਦੇ ਆ, ਦੈਟ ਇਜ਼ ਸੀਜ਼ਨਿੰਗ। ਸੋ ਦੈਟ ਇਜ਼ ਸੀਜ਼ਨ ਵੁੱਡ। ਲੋ ਜੀ ਅੱਗੇ ਹੈਗਾ ਮੈਟਲਸ। ਹੁਣ ਦੇਖੋ ਕੰਸਟਰਕਸ਼ਨ ਮਟੀਰੀਅਲ ਦੇ ਵਿੱਚ ਆਪਾਂ ਮੈਟਲਸ ਵੀ ਯੂਜ਼ ਕਰਦੇ ਆ, ਕੁਝ ਧਾਤਾਂ ਜਿਵੇਂ ਪਿਗ ਆਇਰਨ, ਕਾਸਟ ਆਇਰਨ, ਰਫਟ ਆਇਰਨ, ਸਟੀਲ ਆ, ਨਾਨ ਫੈਰਸ ਮੈਟਲ ਜਿੱਦਾਂ ਅਲਮੀਨੀਅਮ, ਕਾਪਰ, ਮੈਗਨੀਸ਼ੀਅਮ, ਨਿਕਲ, ਇਹ ਤੁਸੀਂ ਫੋਟੋ ਵੇਖ ਰਹੇ ਵੇਖੋ ਸਰੀਆ ਵਗੈਰਾ ਵਾ, ਇਹ ਸਾਰੇ ਮੈਟਲਸ ਦੀ ਗੱਲ ਹੈਗੀ ਆ। ਲੋ ਜੀ ਮੈਟਲ ਦੀ ਰਿਕੁਆਇਰਮੈਂਟਸ ਕੀ ਹੈਗੀ ਆ? ਦੇ ਸ਼ੁੱਡ ਪ੍ਰੋਵਾਈਡ ਸਫੀਸ਼ੀਐਂਟ ਸਟਰੈਂਥ ਟੂ ਬੀਅਰ ਦਾ ਲੋਡ ਕਮਿੰਗ ਔਨ ਦੈਮ, ਮਤਲਬ ਉਹਨਾਂ ਦੇ ਵਿੱਚ ਇੱਕ ਉਹ ਜਿੰਨਾ ਲੋਡ ਨਹੀਂ ਉੱਤੇ ਪਾਈਏ, ਉਹ ਲੋਡ ਨੂੰ ਝੱਲਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਬੀਅਰ ਮੈਨੇ ਲੋਡ ਝੱਲਣਾ, ਜੋ ਉੱਤੇ ਲੋਡ ਪਾਣੇ ਆ ਉਹਦੇ ਵਾਸਤੇ ਉਹਦੀ ਸਟਰੈਂਥ ਇੰਨੀ ਹੋਣੀ ਚਾਹੀਦੀ ਆ ਵੀ ਤਾਂ ਜੋ ਲੋਡ ਨੂੰ ਬੀਅਰ ਕਰ ਸਕੇ, ਝੱਲ ਸਕੇ, ਸਹਿ ਸਕੇ। तो दे शुड प्रोवाइड रेजिस्टेंस टू corrosion and weather action, मतलब ਉਹਦੇ ਵਿੱਚ ਇੱਕ ਇਹ ਗੁਣ ਚੰਗਾ ਹੈਗਾ ਵਾ ਵੀ ਉਹ 'ਚ ਸ਼ਕਤੀ ਹੋਣੀ ਚਾਹੀਦੀ ਵੀ ਹਵਾ ਜਿਹੜਾ ਐਟਮੋਸਫੀਅਰ ਆ ਉਹਦੇ ਵਿੱਚ ਜੰਗਾਲ ਵਗੈਰਾ ਲੱਗ ਜਾਂਦਾ, ਉਹਨੂੰ ਛੇਤੀ ਨਾਲ ਨਹੀਂ ਲੱਗਣਾ ਚਾਹੀਦਾ। ਦੇ ਸ਼ੁਡ ਪ੍ਰੋਵਾਈਡ ਰੈਜ਼ਿਸਟੈਂਸ ਟੂ ਹੀਟ ਐਂਡ ਫਾਇਰ, ਮਤਲਬ ਹੀਟ ਤੇ ਫਾਇਰ ਤੋਂ ਵੀ ਰੈਜ਼ਿਸਟ ਉਹ 'ਚ ਹੋਵੇ। ਤੇ ਦੇ ਸ਼ੁਡ ਹੈਵ ਗੁੱਡ ਐਡਹੈਜ਼ਨ ਵਿਦ ਸੀਮੈਂਟ ਕੰਕਰੀਟ। ਆ ਸ਼ਬਦ ਇੱਕ ਆ ਕੇ ਐਡਹੈਜ਼ਨ, ਇਹ ਕੀ ਹੁੰਦਾ ਵਾ? ਜਿੱਦਾਂ ਤੁਸੀਂ ਟ੍ਰੇਨੀ ਬੈਠੇ ਆ ਤੇ ਜਦੋਂ 5 ਰੁਪਏ ਦੀ ਆਉਂਦੀ ਆ ਜਾਂ 10 ਰੁਪਏ ਦੀ ਕਾਗਜ਼ ਨੂੰ ਜੋੜਨ ਵਾਸਤੇ, ਉਹਨੂੰ ਕੀ ਕਹਿੰਦੇ ਆ? ਗਮ। ਉੱਤੇ ਲਿਖਿਆ ਹੁੰਦਾ ਐਡਹੈਸਿਵ। ਇਹਦਾ ਮਤਲਬ ਜਦੋਂ ਦੋ ਚੀਜ਼ਾਂ ਜਿਹੜੀਆਂ ਵਾ ਆਪਸ 'ਚ ਮਿਲਦੀਆਂ ਵਾ, ਉਹਨਾਂ ਦੇ ਜਿਹੜੇ ਗੁਣ ਵਾ ਆਪਸ ਜਦੋਂ ਬਾਈਂਡ ਹੋ ਜਾਣ, ਉਹਨੂੰ ਆਪਾਂ ਕੀ ਕਹਿੰਦੇ ਆ? ਐਡਹੈਜ਼ਨ। ਸੋ ਇਹਦਾ ਮਤਲਬ ਜਦੋਂ ਆਪਾਂ RCC ਪਾਉਣੀ ਆ, ਜਦੋਂ ਸਲੈਬ ਪਾਉਣੀਆਂ ਵਾ ਜਾਂ ਲਿੰਟਲਸ ਪਾਉਣੇ ਆ ਜਾਂ ਫਾਊਂਡੇਸ਼ਨ ਦੇ ਵਿੱਚ ਆਪਾਂ ਸਰੀਆ ਯੂਜ਼ ਕਰਦੇ ਆ, ਇਹ ਨਾ ਹੋਵੇ ਕਿ ਜਿਹੜਾ ਉਹਦੇ ਵਿੱਚ ਬਾਈਂਡਿੰਗ ਕੈਪੈਸਿਟੀ ਨਾ ਹੋਵੇ। ਸੀਮੈਂਟ ਕੰਕਰੀਟ ਵਿੱਚ ਸਰੀਆ ਪਾਇਆ ਜਿਹੜਾ ਨਹੀਂ ਹੋਊਗੀ ਤੇ ਜੀ ਕਿਤਾ ਸਰੀਆ ਫਿਰ ਹੋ ਜੂਗਾ ਨਾ, ਉਹਦੇ ਵਿੱਚ ਸੀਮੈਂਟ ਡਾਲ ਆਈਆਂ ਅੱਧੇ ਕਰ ਲੱਖ ਦੇ ਸਸਤੇ। ਆਪਾਂ ਸਟੀਲ ਦੇ ਸਰੀਏ ਕਿਉਂ ਯੂਜ਼ ਕਰਦੇ ਆ? ਕਿਉਂਕਿ ਉਹਦੇ ਵਿੱਚ ਸੀਮੈਂਟ ਜੋੜਨ ਦੀ ਸਫਾ, ਠੀਕ ਹੈ ਜੀ। ਸੋ ਇਟ ਸ਼ੁਡ ਅਡਿਸ਼ਨ। ਲਓ ਜੀ ਆਹ ਤੁਸੀਂ ਦੇਖ ਰਹੇ ਆ ਇੱਕ ਗਾਰਡਨ ਆ, ਆਈ ਸੈਕਸ਼ਨ ਆ, ਸਟੀਲ ਦੇ ਬਣੇ ਆ। ਇਹ ਤੁਸੀਂ ਰੇਲਵੇ ਲਾਈਨਸ ਜਾਂ ਰੇਲਵੇ ਬ੍ਰਿਜ ਉੱਥੇ ਵੇਖੇ ਹੋਣ। ਆ ਦੇਖੋ RCC ਸਟਰਕਚਰ ਆ, ਸੋ ਇਹਦੇ ਵਿੱਚ ਮਤਲਬ ਸਰੀਆ ਦਾ ਜਾਲ ਬੰਨ੍ਹੇ ਪਏ ਆ। ਇਹ ਵੀ ਤੁਹਾਡਾ ਇੱਕ ਸਟੀਲ ਯੂਜ਼ ਕੀਤਾ ਵਾ, ਇਹ ਵੀ ਇੱਕ ਮੈਟਲ ਹੈਗੀ ਹੈ। ਲਓ ਜੀ ਆ ਇੱਕ ਮੈਟਲ ਦੇ ਪਾਈਪ ਹੈਗੇ ਨੇ, ਦੇਖੋ ਪਲਾਸਟਿਕ ਦੇ ਨੇ, GI ਪਾਈਪ ਵੀ ਹੁੰਦੇ ਨੇ, ਗਲੋਬਲਾਈਜ਼ ਆਇਰਨ ਜਿੱਦਾਂ।
सो ये ताकि मैटल्स जड़ियां वा एज कंस्ट्रक्शन मटीरियल यूज की जाती। आ देखो कितनी वधिया किचन बनी है, किचन की फिटिंग कितनी सोहनी लगती है। देखो तुहानू सारिਆਂ ਨੂੰ ਵੇਖ के लगता होगा भी अपने घर ਆਪਾਂ ਇਹੋ जी किचन बनाई है, पर देखो ਇਹਦੇ ਵਿੱਚ ਫਿਨਿਸ਼ਿੰਗ कितनी है। पर की लगा देखो एक मैटल है ना, एक धात आ, सो ये मैटल ਨੂੰ ਆਪਾਂ किचन ਦੇ ਵਿੱਚ मतलब सो ਇਹਦਾ मतलब मैटल्स so many ways ਦੇ ਨਾਲ सिविल इंजीनियरिंग ਦੇ ਵਿੱਚ कंस्ट्रक्शन मटीरियल के तौर पर यूज किए जाते हैं। इस तो बाद आ गया मोटर। मोटर की हुंदा वा एक गारा, जिन्हों गारा कहने आपां, तो टर्म जिन्हों मसाला कहने, तो टर्म वाटर यूज टू इंडिकेट पेस्ट प्रिपेयर्ड बाय एडिंग रिक्वायर्ड क्वांटिटी ऑफ वाटर, पानी ते मिक्स ऑफ बाइंडिंग मटीरियल, उन्होंने आपां मोटर कहने। सो टैक्नीकली एक गल याद रखो कि जदों सीमट नूं ते पानी नूं कल्ले नूं रलाउने आ तो उन्होंने पंजाबी च कहने नीरू तैयार हो गया, ते पर उन्होंने आपां अंग्रेजी च कहने स्लरी, ते टैक्नीकली उन्होंने कहने मैट्रिक्स, MATRIX। ये शब्द नोट करने वाला है, इस करके मैट्रिक्स हो गया। जे उहदे फाइन एग्रीगेट पाता वो मोटर बन गया, जे उहदे कोर्स एग्रीगेट पाता वो की बन गया कंक्रीट। इसका मतलब मिक्स ऑफ वाटर एंड सीमेंट दैट इज मैट्रिक्स, एंड जे फाइन रेत पाती तो फिर वो मोटर, ते जे वो कोर्स एग्रीगेट पाता तो फिर की वो मतलब ताड़ी बजरी बन गई कंक्रीट। सो जे उहदे बाइंडिंग मटीरियल लाइम पाउने आ चूना ते उहनूं लाइम मोटर कहा जाता। मोटर सीमेंट जां लाइम प्लस फाइन एग्रीगेट प्लस वाटर, ते सीमेंट ते पानी दोवें एक्टिव ने, ते जिहड़ी फाइन एग्रीगेट आ, हुण फाइन एग्रीगेट क्यों कहा इत्थे सैंड क्यों नहीं कहता। हुण देखो कई जगह ते कंस्ट्रक्शन की जाती है जिथे लाइट वेट मोटर चाहिए, ते उत्थे फिर की उत्थे फिर आपां सैंड की जगह ते जिहड़ा लक्कड़ का बूरा हुंदा ना ਉਹਨੂੰ भी यूज किया जाता, वो एज फाइन एग्रीगेट यूज किया जाता, सिंदर फाइन एग्रीगेट यूज किया जाता। सो इस करके फाइन एग्रीगेट जिहड़ा उहदे च इनर्ट मटीरियल ही पाउणा वा। लो जी टाइप्स ऑफ मोटर। सीमेंट मोटर, सीमेंट मोटर वो हुंदा वा जिहदे विच बाइंडिंग मटीरियल जिहड़ा सीमेंट आ ते बाकी उहदे च फाइन एग्रीगेट सैंड यूज कर सकते हैं, ते जिहड़ा पानी यूज करांगे। ਤੇ ਇਹਦੀ ਰੇਸ਼ੋ 1:2 ਤੋਂ ਲੈ ਕੇ 1:6 ਤੱਕ ਕੀਤੀ ਜਾਂਦੀ ਹੈ, 1:2 1:6, ਇੱਕ ਸੀਮੈਂਟ 2 फाइन एग्रीगेट। सो इट इज स्ट्रोंगर दैन द लाइम मोटर। लाइम मोटर तो स्ट्रोंग हुंदा वा, ते इहनूं आपां यूज कर सकते हैं ब्रिक मैसनरी, प्लास्टर वर्क, पॉइंटिंग वर्क। आ शब्द एक आ गया पॉइंटिंग। पॉइंटिंग की चीज़ हुंदी है जिन्हों पुराने जिहड़े बंदे साडे इंस्ट्रक्टर्स ने उन्होंने पता लग गया होगा, नविआं नूं नहीं पता लगूगा भी ये पॉइंटिंग की चीज़ आ। पॉइंटिंग नूं कहंदे पंजाबी च टीप करना। जिवें तुसीं पुरानियां बिल्डिंगां जां पुरानियां कंधां वेखियां होणगीਆਂ जिथे सारा प्लस्तर नहीं कीता हुंदा, जिथे इट दा जोड़ हुंदा उत्थे इकल्ला सीमेंट लाया हुंदा, दैट इज पॉइंटिंग। इस तो बाद लाइम मोटर। लाइम मोटर की हुंदा वा जिहदे विच बाइंडिंग मटीरियल लाइम चूने नूं वरतिया जांदा। हुण पुराने जिहड़े किले आ जां मतलब तुसीं कई वारी ਜਿਹੜੀਆਂ श्री हरमंदर साहब ਜਦੋਂ ਸਰੋਵਰ ਦੀ ਸਫਾਈ ਹੋਈ ਤੇ ਥੱਲੇ ਜਿਹੜੀ ਉਹਦੀ ਕੰਸਟਰਕਸ਼ਨ ਸੀ ਉਹ ਮਤਲਬ ਲਾਈਮ ਮੋਟਰ ਨਾਲ ਯੂਜ਼ ਕੀਤੀ ਗਈ ਸੀ, ਜਿਹੜੀ ਨਾਨਕਸ਼ਾਹੀ ਕੰਧਾਂ ਇੱਟਾਂ ਨਾਲ। ਸੋ ਜਿਹੜਾ ਲਾਈਮ ਆ ਇਹਦੀ ਰੇਸ਼ੋ 1:2 ਤੋਂ ਲੈ ਕੇ 1:3 ਤੱਕ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਇਹਦੇ ਵਿੱਚ ਕਈ ਵਾਰੀ ਫਾਈਨ ਐਗਰੀਗੇਟ ਨੂੰ ਆਪਾਂ ਸੁਰਖੀ ਯੂਜ਼ ਕਰਦੇ ਹਾਂ। ਇਹ ਸੁਰਖੀ ਕੀ ਚੀਜ਼ ਹੁੰਦੀ ਆ, ਜਿਹੜਾ ਇੱਟਾਂ ਦੇ ਰੇਤਾਂ ਦਾ ਬੂਰਾ ਹੁੰਦਾ, ਜਿਹੜੀ ਕੇਰੀ ਹੁੰਦੀ ਆ ਇੱਟਾਂ ਦਾ ਜਿਹੜਾ ਬੂਰਾ ਵਾ ਉਹਨੂੰ ਆਪਾਂ ਮਤਲਬ ਮਿਕਸ ਮਤਲਬ ਇੱਟਾਂ ਦੇ ਮਤਲਬ ਪਾਊਡਰ ਨੂੰ ਆਪਾਂ ਕਹਿੰਦੇ ਸੁਰਖੀ, ਉਹ ਆਪਾਂ ਐਜ਼ ਏ ਫਾਈਨ ਐਗਰੀਗੇਟ ਵੀ ਯੂਜ਼ ਕਰਦੇ ਹਾਂ। ਸੋ ਮੱਡ ਮੋਟਰ। ਮੱਡ ਮੋਟਰ ਜਿਹਨੂੰ ਆਪਾਂ ਕੀ ਕਹਿੰਦੇ ਆ ਮਿੱਟੀ ਤੇ ਪਾਣੀ ਨੂੰ ਮਿਲਾ ਕੇ, ਜਿਹਨੂੰ ਪੰਜਾਬੀ ਚ ਕਹਿੰਦੇ ਕਹਾਣੀ। ਸੋ ਕਹਾਣੀ ਬਣਾਈ, ਉਹਦੇ ਵਿੱਚ ਮਤਲਬ ਜਿਹੜੀ ਤੂੜੀ ਹੁੰਦੀ ਆ ਉਹਨੂੰ ਯੂਜ਼ ਕੀਤਾ ਜਾਂਦਾ, ਮਤਲਬ ਹਸਕ ਵਗੈਰਾ ਉਹ ਚ ਪਾ ਸਕਦੇ ਆ। ਤੇ ਇੱਕ ਇਸ ਸਲਾਈਡ 'ਚ ਨਹੀਂ ਹੈਗਾ ਇੱਕ ਚੀਜ਼, ਇੱਕ ਮੋਟਰ ਹੁੰਦਾ ਵਾ ਗੇਜਡ ਮੋਟਰ। ਗੇਜਡ ਮੋਟਰ ਕੀ ਚੀਜ਼ ਹੁੰਦੀ ਆ ਕਿ ਜਿਹਦੇ ਵਿੱਚ ਸੀਮੈਂਟ ਵੀ ਹੁੰਦਾ ਵਾ, ਇੱਕ ਰੇਸ਼ੋ ਮਤਲਬ ਇੱਕ ਬਾਲਟਾ ਸੀਮੈਂਟ ਦਾ, ਇੱਕ ਬਾਲਟਾ ਲਾਈਮ ਚੂਨੇ ਦਾ, ਤੇ ਇੱਕ 2 ਤੁਸੀਂ ਪਾ ਸਕਦੇ ਆ ਫਾਈਨ ਐਗਰੀਗੇਟ ਦੇ। ਤੇ ਉਹ ਜਿਹੜਾ ਮੋਟਰ ਆ ਉਹਨੂੰ ਆਪਾਂ ਗੇਜਡ ਮੋਟਰ ਕਹਿੰਦੇ ਆ, ਜਦੋਂ ਲਾਈਮ ਤੇ ਸੀਮੈਂਟ ਮੋਟਰ ਦੋਵਾਂ ਨੂੰ ਆਪਾਂ ਆਪਸ ਵਿੱਚ ਮਿਕਸ ਕਰ ਲੈਂਦੇ ਆ। ਠੀਕ ਹੈ ਜੀ। ਲੋ ਜੀ प्रॉपर्टी ऑफ गुड मोटर।
अच्छा मोटर की होगा, इट शुड कैपेबल टू डिवेलपिंग गुड अडहेजन, मतलब आपस जोड़ बनना चाहिए। ये ना हो इट दे नाल जुड़िए, इट उदा ही फाड़ के ला लीए मुड़ के बाद, मतलब ब्रिक्स स्टोन उन्हां दे विच आपस च बॉन्ड बनावे। इट शुड बी कैपेबल टू डेल्प द डिजाइन स्ट्रेस, मतलब एक स्ट्रेस बने ਜਿਹੜੀ ਸਟ੍ਰੈਸ ਆ ਉਹਨੂੰ ਝੱਲੇ। ਇਟ ਸ਼ੁਡ ਕੈਪੇਬਲ ਟੂ ਰਜਿਸਟਿੰਗ ਪੈਨੀਟ੍ਰੇਸ਼ਨ ਆਫ ਰੇਨ ਵਾਟਰ, ਆ ਸ਼ਬਦ ਇੱਕ ਆ ਗਿਆ ਪੈਨੀਟ੍ਰੇਸ਼ਨ ਆਫ ਰੇਨ ਵਾਟਰ। ਹੁਣ ਜਿਹੜੇ ਪੁਰਾਣੇ ਘਰ ਹੁੰਦੇ ਸੀ ਜਾਂ ਮਿੱਟੀ ਦੇ ਜਿੱਥੇ ਮਤਲਬ ਛੱਤਾਂ ਬਾਲਿਆਂ ਦੀ ਛੱਤਾਂ ਹੁੰਦੀਆਂ ਸੀ, ਉਹਦੇ ਵਿੱਚੋਂ ਦੀ ਪਾਣੀ ਜਦੋਂ ਮੀਂਹ ਵਰਦਾ ਸੀ ਤੇ ਉਹ ਪਾਣੀ ਥੱਲਿਓਂ ਦੀ ਵਗਣ ਪੈਂਦਾ ਸੀ, ਉਹਨੂੰ ਕਹਿੰਦੇ ਸਾਡਾ ਜਿਹੜਾ ਕੋਠਾ ਨਾ ਚੋਣ ਡੈ ਪਿਆ। ਇਟ ਮੀਨਸ ਜਿਹੜਾ ਮੋਟਰ ਆ ਉਹ ਇਦਾਂ ਦਾ ਬਣਾਉਣਾ ਵੀ ਉਹਦੇ ਵਿੱਚੋਂ ਦੀ ਪਾਣੀ ਆਰ ਪਾਰ ਨਾ ਜਾਵੇ, ਉਹਨੂੰ ਕਹਿੰਦੇ ਪੈਨੀਟ੍ਰੇਸ਼ਨ, ਕਿ ਉਹਦੇ ਵਿੱਚ ਪੈਨੀਟ੍ਰੇਟ ਨਾ ਹੋਵੇ ਰੇਨ ਵਾਟਰ। ਤੋ ਉਹਨੂੰ ਮਤਲਬ ਪੈਨੀਟ੍ਰੇਟ ਉਹਦੇ ਵਿੱਚੋਂ ਲੰਘਣ ਵਿੱਚ ਰੋਕਣ ਚ ਉਹਦੇ क्षमता ਹੋਣੀ ਚਾਹੀਦੀ ਹੈ। ਇਟ ਸ਼ੁਡ ਬੀ ਚੀਪ, ਸਸਤਾ ਹੋਣਾ ਚਾਹੀਦਾ, ਡਿਊਰੇਬਲ ਹੋਣਾ ਚਾਹੀਦਾ, ਵਰਕੇਬਲ ਹੋਣਾ ਚਾਹੀਦਾ। ਇਟ ਸ਼ੁਡ ਨਾਟ ਅਫੈਕਟ ਡਿਊਰੇਬਿਲਿਟੀ ਆਫ ਮਟੀਰੀਅਲ ਵਿਦ ਵਿਚ ਕਮ ਇਨਟੂ ਕੰਟੈਕਟ, ਮਤਲਬ ਜਿਹੜੇ ਹੋਰ ਜਿਹੜੇ ਮਟੀਰੀਅਲ ਆਉਂਦੇ ਆ ਉਹਦੀ ਡਿਊਰੇਬਿਲਿਟੀ ਨੂੰ ਘਟਾ ਨਾ ਦੇਵੇ ਇਹ, ਮਤਲਬ ਉਹਦੇ ਨਾਲ ਉਹਦੀ ਜਿਹੜੀ ਡਿਊਰੇਬਿਲਿਟੀ ਉਹ ਬਣੀ ਰਹਿਣੀ ਚਾਹੀਦੀ ਹੈ। ਯੂਜ਼ ਕਿੱਥੇ ਕੀਤਾ ਜਾਂਦਾ? ਯੂਜ਼ ਵੇਖੋ ਇੱਟਾਂ ਦੀ ਚਨਾਈ ਕਰਨੀ ਆ, ਬ੍ਰਿਕ ਸਟੋਨ ਦੀ ਮੈਸਨਰੀ ਕਰਨੀ ਆ, ਉੱਥੇ ਯੂਜ਼ ਕਰਦੇ ਆ। ਤੋ ਕੈਰੀ ਪੇਂਟਿੰਗ, ਕਈ ਜਗ੍ਹਾ ਤੇ ਪੇਂਟਿੰਗ ਕੀਤੀ ਜਾਂਦੀ ਆ, ਮਤਲਬ ਪਲਾਸਟਰ ਵਰਕ ਔਨ ਦਾ ਐਕਸਪੋਜ਼ ਸਰਫੇਸ, ਜਿਹਦਾ ਪਲਾਸਟਰ ਕੀਤਾ ਜਾਂਦਾ ਟੂ ਫਾਰਮ ਈਵਨ ਬਲੀਡਿੰਗ ਲੇਅਰ ਆਫ ਬਿਲਡਿੰਗ ਯੂਨਿਟ। ਜਿਹੜੇ ਹੋਰ ਯੂਨਿਟ ਜਿੱਦਾਂ ਉੱਬੜ ਖੱਬੜ ਜਗ੍ਹਾ ਬਣੀ ਹੁੰਦੀ ਆ, ਕਈ ਵਾਰੀ ਜਿਹੜੇ ਕੋਰਸ ਐਗਰੀਗੇਟ ਬਾਹਰ ਆ ਜਾਂਦੇ ਆ, ਉੱਥੇ ਫਿਰ ਆਪਾਂ ਮਸਾਲਾ ਲਾ ਕੇ ਉਹਨੂੰ ਪੱਧਰਾ ਕਰ ਦਿੰਦੇ ਹਾਂ। ਟੂ ਫਾਰਮ ਜੁਆਇੰਟ ਪਾਈਪ ਦੇ ਜੁਆਇੰਟਸ ਨੂੰ ਜੋੜਨ ਵਾਸਤੇ ਮਾਰਟਰ ਯੂਜ਼ ਕੀਤਾ ਜਾਂਦਾ, ਤੇ ਜਿਹੜਾ ਸਟਰਕਚਰ ਆ ਉਹਦੀ ਅਪੀਅਰੈਂਸ ਵਧੀਆ ਬਣਾਉਣ ਵਾਸਤੇ, ਦਿੱਖ ਵਧੀਆ ਬਣਾਉਣ ਵਾਸਤੇ ਆਪਾਂ ਮਤਲਬ ਉਹ ਮਾਰਟਰ ਨੂੰ ਯੂਜ਼ ਕੀਤਾ ਜਾਂਦਾ। ਕੰਕਰੀਟ, ਤੋ ਕੰਕਰੀਟ ਇਜ਼ ਮਿਕਸਚਰ ਆਫ ਸੀਮੈਂਟ, ਸੈਂਡ ਐਂਡ ਪੈਬਲ, ਕਰਸਟ ਰੋਕ ਜਿਹੜੇ ਹੁੰਦੇ, ਮੈਂ ਅੱਗੇ ਵੀ ਦੱਸਿਆ ਵੀ ਕੰਕਰੀਟ ਇਜ਼ ਇਕੁਅਲ ਟੂ ਸੀਮੈਂਟ ਪਲੱਸ ਐਗਰੀਗੇਟ। ਐਗਰੀਗੇਟ ਕਿਹੜੇ ਕਿਹੜੇ ਹੋਣਗੇ? ਫਾਈਨ ਤੇ ਕੋਰਸ ਪਲੱਸ ਵਾਟਰ, ਤੇ ਇਹਨੂੰ ਮਿਲ ਕੇ ਕੀ ਬਣਦੀ ਹੈ? ਕੰਕਰੀਟ। ਸੋ ਵੈਨ ਪਲੇਸ ਇਨ ਦਾ skeleton of the form of allow to cure become hard like a stone। ਜਦੋਂ ਕੰਕਰੀਟ ਜਦੋਂ ਸੁੱਕ ਜਾਂਦੀ ਆ, ਉਸ ਤੋਂ ਬਾਅਦ ਉਹਨੂੰ ਆਪਾਂ ਕਿਊਰਿੰਗ ਕਰਦੇ ਆ, ਤਰਾਈ ਕਰਦੇ ਆ, ਤੇ ਫਿਰ ਉਹ ਪੂਰਾ ਪੱਥਰ ਹੀ ਬਣ ਜਾਂਦੀ ਹੈ। ਸੋ ਉਹ ਆਰਟੀਫੀਸ਼ੀਅਲ ਸਟੋਨ ਵੀ ਆਪਾਂ ਨੂੰ ਕਹਿ ਸਕਦੇ। ਸੋ ਸੀਮੈਂਟ ਕੰਕਰੀਟ ਇਜ਼ ਇੰਪੋਰਟੈਂਟ ਬਿਲਡਿੰਗ ਮਟੀਰੀਅਲ ਬਿਕੋਜ਼ ਦਾ ਫੋਲੋਇੰਗ ਰੀਜ਼ਨ, ਕਿਉਂਕਿ ਇਹ ਮਤਲਬ ਇੱਕ ਅੱਜ ਦੇ ਯੁੱਗ 'ਚ ਜਿਹੜਾ ਕੰਕਰੀਟ ਆ ਇਹ ਬਹੁਤ ਹੀ ਇੰਪੋਰਟੈਂਟ ਹੈਗੀ ਆ। ਪਹਿਲਾ ਨੰਬਰ, ਇਟ ਕੈਨ ਬੀ ਮੋਲਡ ਐਨੀ ਸਾਈਜ਼ ਐਂਡ ਸ਼ੇਪ ਆਫ ਡਿਊਰੇਬਲ ਸਟਰਕਚਰ। ਕੋਈ ਵੀ ਸ਼ੇਪ ਤੁਸੀਂ ਕੋਈ ਵੀ ਸਾਈਜ਼ ਵਿੱਚ ਉਹਨੂੰ ਆਪਾਂ ਉਹਨੂੰ ਮੋਲਡ ਕਰ ਸਕਦੇ ਹਾਂ। ਤੁਸੀਂ ਹੁਣ ਵੇਖਿਆ ਨਾ ਸੜਕਾਂ ਤੇ ਕੁਰਸੀਆਂ ਲੱਗੀਆਂ ਵਾ ਬਹਿਣ ਵਾਲੀਆਂ, ਇਸ ਤਰ੍ਹਾਂ ਮੂਰਤੀਆਂ ਵਾ, ਮਤਲਬ ਜਿਹੜੀ ਮਰਜ਼ੀ ਸ਼ੇਪ 'ਚ ਅਸੀਂ ਕੰਕਰੀਟ ਨੂੰ ਯੂਜ਼ ਕਰ ਸਕਦੇ ਹਾਂ। ਇਟ ਇਜ਼ ਪੋਸੀਬਲ ਟੂ ਕੰਟਰੋਲ ਦਾ ਪ੍ਰੋਪਰਟੀ ਆਫ ਸੀਮੈਂਟ ਕੰਕਰੀਟ, ਸੋ ਇਟ ਪ੍ਰੋਸੈਸ ਐਕਵੈਡਿਕ ਪਲਾਸਟਿਸਿਟੀ ਆਫ ਮਟੀਰੀਅਲ ਮਕੈਨੀਕਲ ਵਰਕਿੰਗ, ਮਤਲਬ ਜਿਹੜੀ ਮਕੈਨੀਕਲ ਵਰਕਿੰਗ ਆ ਕੋਈ ਵੀ ਉੱਤੇ ਆਪਾਂ ਜਿੱਦਾਂ ਵਾਈਬ੍ਰੇਟਰ ਲਾਉਣਾ ਵਾ ਜਾਂ ਮਤਲਬ ਕੋਈ ਵੀ ਉਹਨੂੰ ਮਤਲਬ ਉਹ ਐਕਵੈਡਿਕ ਮਤਲਬ ਉਹਦੀ ਪਲਾਸਟਿਸਿਟੀ ਨੂੰ ਕਰੂਗੀ। ਲੋ ਜੀ ਹੈ ਇਨਗ੍ਰੇਡੀਐਂਟਸ ਇਨ ਕੰਕਰੀਟ, ਇਹਦੇ ਵਿੱਚ ਬਾਈਂਡਿੰਗ ਮਟੀਰੀਅਲ ਜਿੱਦਾਂ ਸੀਮੈਂਟ, ਲਾਈਮ, ਫਾਈਨ ਸੈਂਡ ਹੋ ਗਈ, ਕੋਰਸ ਐਗਰੀਗੇਟ ਹੋ ਗਿਆ, ਵਾਟਰ ਹੋ ਗਿਆ, ਐਡਮਿਕਸਰ। ਕਈ ਜਗ੍ਹਾ ਤੇ ਆਪਾਂ ਐਡਮਿਕਸਰ ਪਾਉਂਦੇ ਆ। ਐਡਮਿਕਸਰ ਕੀ ਚੀਜ਼ ਹੁੰਦੀ ਆ ਵੀ ਆਪਾਂ ਕੰਕਰੀਟ ਦਾ ਟਾਈਮ ਜੇ ਵਧਾਉਣਾ ਵਾ ਤੇ ਵੀ ਆਪਾਂ ਸਮਾਂ ਵੱਧ ਲਾਉਣਾ ਤੇ ਆਪਾਂ ਉਹ 'ਚ ਐਡਮਿਕਸਰ ਪਾ ਦਿੰਦੇ ਆ। ਠੀਕ ਹੈ ਜੀ। ਜਿਵੇਂ ਮਤਲਬ ਰਿਵਾਜ ਹੁੰਦਾ ਨਾ ਵੀ ਜਦੋਂ ਸੀਮੈਂਟ ਕੰਕਰੀਟ ਬਣਾਉਂਦੇ ਆ, ਲੈਂਟਰ ਪਾਉਣ ਲੱਗੇ ਆ ਤੇ ਉਹਦੇ ਵਿੱਚ ਲੱਡੂ ਲੈ ਆਉਂਦੇ ਆ, ਖੰਡ ਪਾਤੀ ਜਾਂਦੀ ਆ। ਖੰਡ ਇੱਕ ਐਡਮਿਕਸਰ ਆ, ਜਿਹੜਾ ਜੇ ਆਪਾਂ ਮਤਲਬ 200 ਗ੍ਰਾਮ ਖੰਡ ਪਾ ਦਈਏ 1 ਕਿਊਬਿਕ ਮੀਟਰ ਕੰਕਰੀਟ ਦੇ ਵਿੱਚ, ਤੇ ਜਿਹੜਾ ਉਹਨੇ ਸੈੱਟ ਹੋਣਾ ਵਾ ਉਹ 2 ਘੰਟੇ ਬਾਅਦ ਸੈੱਟ ਹੋਊਗੀ। ਮਤਲਬ ਉਹਦਾ ਆਪਾਂ ਰੇਟ ਆਫ ਰਿਐਕਸ਼ਨ ਨੂੰ ਸਲੋ ਕਰਤਾ, ਤੋ ਉਹਨੂੰ ਆਪਾਂ ਰਿਟਾਰਡਰ ਵੀ ਕਹਿੰਦੇ ਆ ਵੀ ਉਹਦੀ ਰਿਟਾਰਡ ਕਰਤਾ ਉਹਦੀ ਮਤਲਬ ਰਿਐਕਸ਼ਨ ਨੂੰ। ਤੋ ਕੰਕਰੀਟ ਸੀਮੈਂਟ ਪਲੱਸ ਫਾਈਨ ਐਗਰੀਗੇਟ ਪਲੱਸ ਕੋਰਸ ਐਗਰੀਗੇਟ ਪਲੱਸ ਵਾਟਰ ਪਲੱਸ ਐਡਮਿਕਸਰ। ਟੂ ਟਾਈਪਸ ਆਫ ਕੰਕਰੀਟ, ਹੈਂਡ ਮਿਕਸਿੰਗ ਹੱਥ ਨਾਲ ਮਿਕਸਿੰਗ ਕਰਨੀ ਆ, ਮਸ਼ੀਨ ਮਿਕਸਿੰਗ ਆ। ਹੁਣ ਦੇਖੋ ਹੈਂਡ ਮਿਕਸਿੰਗ ਜਿਹੜੀ ਹੱਥ ਨਾਲ ਕਰਦੇ ਆ, ਪਲੇਟਫਾਰਮ ਬਣਾਵਾਂਗੇ ਤੇ ਦੇਖੋ 1:2:4 ਰੇਸ਼ੋ ਦੀ ਜੇ ਕੰਕਰੀਟ ਬਣਾਉਣੀ ਆ ਤੇ ਤੁਸੀਂ ਐਜ਼ ਐਨ ਸੁਪਰਵਾਈਜ਼ਰ ਕੀ ਚੈੱਕ ਕਰਨਾ ਵਾ ਕਿ ਸਭ ਤੋਂ ਪਹਿਲਾਂ ਰੇਤ 1:2:4, 1 ਬਾਲਟਾ ਸੀਮੈਂਟ ਦਾ ਤੇ 1-2 ਬਾਲਟੇ ਰੇਤ ਦੇ, ਉਹਨਾਂ ਨੂੰ ਮਿਕਸ ਕਰਨਾ ਵਾ। ਏਦਾਂ ਮਿਕਸ ਕਰਨਾ ਵੀ ਉਹਨਾਂ ਦਾ ਦੋਵਾਂ ਦਾ ਰੰਗ ਇੱਕੋ ਜੇ,
उस तो बाद आपां बजरी जिहड़ी आ उहदे नाल रलाउणी है। पर इहदे विच की करदे आ भी विचे बजरी पा के ਉਹ ਨਾਲ ਮਤਲਬ ਅੱਛੀ ਤਰ੍ਹਾਂ ਨਹੀਂ ਕੀਤਾ ਜਾਂਦਾ, ਤਾਂ ਜੋ ਕਈ ਜਗ੍ਹਾ ਤੇ ਕੀ ਹੁੰਦਾ ਫਿਰ ਸੈਗਰੀਗੇਸ਼ਨ ਹੋ ਜਾਂਦੀ ਆ, ਫਿਰ ਉੱਥੇ ਮਤਲਬ ਬਲੀਡਿੰਗ ਸ਼ੁਰੂ ਹੋ ਜਾਂਦੀ ਆ, ਜਾਂ ਉੱਥੇ ਕੀ ਹੁੰਦਾ ਵਾ ਵੀ ਕਈ ਵਾਰੀ ਤੁਹਾਡੀ ਜਿਹੜੀਆਂ ਸਲੈਬਸ ਆ ਉਹ ਪਾਣੀ ਉਹਦੇ ਵਿੱਚ ਸਿਮਦਾ ਵਾ। ਕਿਉਂ ਸਿਮਦਾ ਵਾ? ਕਿਉਂਕਿ ਜਿਹੜਾ ਮਿਕਸ ਆ ਹੋਮੋਜੀਨੀਅਸ ਨਹੀਂ ਬਣਿਆ। ਤੇ ਜਿਹੜੀ ਮਸ਼ੀਨ ਮਿਕਸਿੰਗ ਆ, ਤੁਸੀਂ ਮਸ਼ੀਨਾਂ ਦੇ ਨਾਲ ਜਦੋਂ ਵੇਖਿਆ ਹੋਊਗਾ ਮਿਕਸਿੰਗ ਕਰਦੇ ਆ, ਤੇ ਉਹ ਜਿਹੜੀ ਮਸ਼ੀਨ ਆ ਉਹਦੇ ਵਿੱਚ ਵੀ ਆਪਾਂ ਮਤਲਬ ਘੱਟੋ ਘੱਟ 3 ਮਿੰਟ ਮਸ਼ੀਨ ਜਿਹੜੀ ਘੁੰਮਣੀ ਚਾਹੀਦੀ ਆ। ਇੱਕ ਬੋਰੀ ਦਾ ਮਾਲ ਜੇ ਬਣਾਉਣਾ ਵਾ 3 ਮਿੰਟ ਮਸ਼ੀਨ ਘੁੰਮਣੀ ਚਾਹੀਦੀ ਆ। 1 ਮਿੰਟ ਕੀ ਆ ਵੀ ਆਪਾਂ ਐਗਰੀਗੇਟ ਪਾਉਣੇ ਆ, ਤੇ 1 ਮਿੰਟ ਆਪਾਂ ਨੂੰ ਘੁੰਮਣ ਵਾਸਤੇ ਲਾਉਣਾ ਹੁੰਦਾ। 3 ਮਿੰਟ ਘੱਟੋ ਘੱਟ ਉਹਨੂੰ ਨੋਟ ਕਰਨਾ ਹੁੰਦਾ। 1 ਮਿੰਟ ਆਪਾਂ ਉਹਨੂੰ ਮਤਲਬ ਟ੍ਰਾਂਸਫਰ ਕਰਨ ਵਾਸਤੇ ਉਹਦੇ ਚੋਂ ਆਪਾਂ ਲੈਂਦੇ ਆ। ਉਹ ਤੁਹਾਡਾ ਮਸ਼ੀਨ ਮਿਕਸਿੰਗ ਆ ਗਈ। ਤੇ ਇਸ ਤੋਂ ਬਾਅਦ ਪ੍ਰੋਪਰਟੀ ਆਫ ਕੰਕਰੀਟ, ਇਟ ਹੈਜ਼ ਹਾਈ ਕੰਪਰੈਸਿਵ ਸਟਰੈਂਥ ਹੁੰਦੀ ਆ, ਫ੍ਰੀ ਫਰੋਮ ਕੋਲਿਜ਼ਨ ਹੁੰਦੀ ਆ, ਮਤਲਬ ਇਹਦੀ ਕੰਪਰੈਸਿਵ ਸਟਰੈਂਥ ਹਾਰਡ ਹੁੰਦੀ ਹੈ। ਕੰਪਰੈਸਿਵ ਮੈਨੇ ਜਿੱਦਾਂ ਇੱਕ ਲੱਡੂ ਆ, ਮੈਂ ਕੱਲ ਵੀ ਗੱਲ ਕੀਤੀ ਸੀਗੀ, ਲੱਡੂ ਨੂੰ ਹੱਥ ਫੜੋਗੇ ਤੇ ਲੱਡੂ ਨੂੰ ਫੜੋਗੇ ਲੱਡੂ ਭੁਰ ਜੂਗਾ ਨਾ, ਨੱਪੋਗੇ। ਪਰ ਕੰਕਰੀਟ ਦਾ ਲੱਡੂ ਬਣਿਆ ਹੋਊਗਾ ਤੇ ਉਹਨੂੰ ਜੇ ਤੁਸੀਂ ਕਰੋਗੇ ਤੇ ਤੁਸੀਂ ਹੱਥ ਦੇ ਨਾਲ ਉਹਨੂੰ ਕੰਪਰੈਸ ਨਹੀਂ ਕਰ ਸਕਦੇ। ਸੋ ਦੈਟ ਇਜ਼ ਕੰਪਰੈਸਿਵ ਸਟਰੈਂਥ। ਤੇ ਕੰਪਰੈਸਿਵ ਸਟਰੈਂਥ ਨੂੰ ਟੈਸਟ ਕੀਤਾ ਜਾਂਦਾ UTI ਮਸ਼ੀਨ ਦੇ ਨਾਲ। ਇਟ ਇਜ਼ ਫ੍ਰੀ ਫਰੋਮ ਕੋਲਿਜ਼ਨ, ਜੰਗਾਲ ਨਹੀਂ ਹੋਣਾ ਚਾਹੀਦਾ। ਇਟ ਹਾਰਡ ਵਿਦ ਏਜ, ਜਿਉਂ-ਜਿਉਂ ਏਜ ਵੱਧਦੀ ਹੈ ਕੰਕਰੀਟ ਦੀ ਤਿਉਂ-ਤਿਉਂ ਉਹ ਹਾਰਡ ਹੁੰਦੀ ਹੈ। ਮਤਲਬ ਕੰਕਰੀਟ ਜਦੋਂ ਬਣਾਉਂਦੇ ਆ ਤੇ ਮਤਲਬ ਅਪਰੋਕਸੀਮੇਟਲੀ 28 ਦਿਨ ਤੱਕ ਇਹ ਪ੍ਰੋਸੈਸ ਚੱਲਦਾ। 28 ਦਿਨ ਤੱਕ ਕੰਕਰੀਟ ਆਪਣੀ ਜਿਹੜੀ ਸਟਰੈਂਥ ਆ ਉਹਨੂੰ ਗੇਨ ਕਰਦੀ ਆ। 28 ਦਿਨਾਂ ਤੱਕ ਜੋ ਕੰਕਰੀਟ ਦਾ ਡਿਜ਼ਾਈਨ ਆ ਉਹ ਮਤਲਬ ਉਨੀ ਉਹ ਮਤਲਬ ਆਪਾਂ ਫਿਰ ਉਹਨੂੰ 7 ਦਿਨ ਬਾਅਦ ਚੈੱਕ ਕਰੀਦਾ, ਕਿਊਬ ਜਿਹੜੇ ਭਰੇ ਹੁੰਦੇ ਨੇ ਟੈਸਟਿੰਗ ਵਾਲੇ। ਫਿਰ ਉਸ ਤੋਂ ਬਾਅਦ 14 ਦਿਨ ਬਾਅਦ, ਫਿਰ ਆਪਾਂ 28 ਦਿਨ ਬਾਅਦ। ਜੇ M20 ਕੰਕਰੀਟ ਆ ਤੇ M20 ਜਿਹੜੀ ਆ ਉਹ 28 ਦਿਨ ਬਾਅਦ ਮਤਲਬ ਅਪਰੋਕਸੀਮੇਟਲੀ 95 ਜਾਂ 105 ਮਤਲਬ 5% ਵੱਧ ਵੀ ਤੇ 5% ਘੱਟ ਵੀ ਆਪਾਂ ਟੋਲਰੈਂਸ ਲੈਂਦੇ ਆ। ਉਹਦੇ ਵਿੱਚ ਜਿਹੜੀ ਉਹਦੀ ਹਾਰਡਨੈਸ ਜਾਂ ਉਹਦੀ ਕੰਪਰੈਸਿਵ ਸਟਰੈਂਥ ਹੋਣੀ ਚਾਹੀਦੀ ਹੈ। ਇਟ ਇਜ਼ ਪ੍ਰੋਵਾਈਡਡ ਟੂ ਇਕਨੋਮਿਕਲ ਦੈਨ ਸਟੀਲ। ਇਟ ਬਾਈਂਡ ਰੈਪਿਡਲੀ ਵਿਦ ਦਾ ਸਟੀਲ, ਮਤਲਬ ਸਟੀਲ ਨਾਲ ਬਾਈਂਡ ਹੋ ਜੇ। ਤੇ ਇਟ ਇਜ਼ ਵੀਕ ਇਨ ਟੈਂਸ਼ਨ, ਇਹ ਟੈਂਸਾਈਲ ਦੇ ਪਾਸੇ ਵੀਕ ਹੁੰਦੀ ਆ। ਇਟ ਫਾਰਮਸ ਏ ਹਾਰਡ ਸਰਫੇਸ ਕੈਪੇਬਲ ਰੈਜ਼ਿਸਟਿੰਗ ਅਬਰੇਜ਼ਨ ਸਟ੍ਰੈਸ, ਮਤਲਬ ਜਿਹੜੀ ਰਗੜ ਵਾਲੀ ਸਟ੍ਰੈਸ ਆ ਉਹਦੇ ਲਈ ਕੈਪੇਬਲ ਹੋਣਾ ਚਾਹੀਦਾ। ਹੁਣ ਦੇਖੋ ਫਰੈਸ਼ ਕੰਕਰੀਟ ਜਿਹੜੀ ਆ, ਜਿੱਦਾਂ ਜਿਹੜੀ ਇਹ ਪਾਣੀ ਦੇ ਨਾਲ ਜਦੋਂ ਅੱਧਾ ਘੰਟਾ ਪਹਿਲਾਂ ਲਾ ਲਓ, ਜਿੱਦਾਂ ਸਪੋਜ਼ ਕਰੋ, ਤੇ ਉਹਦੀ ਵਰਕੇਬਿਲਿਟੀ ਗੁੱਡ ਹੋਣੀ ਚਾਹੀਦੀ ਆ, ਅੱਛੀ ਤਰ੍ਹਾਂ ਜਿੱਥੇ ਜਿੱਦਾਂ ਚਾਹੋ ਉਹਨੂੰ ਆਪਾਂ ਕਰ ਸਕੀਏ। ਮਤਲਬ ਇੰਨਾ ਜ਼ਿਆਦਾ ਪਾਣੀ ਨਾ ਹੋਵੇ। ਤੇ ਵਰਕੇਬਿਲਿਟੀ ਟੈਸਟ ਕਰਨ ਵਾਸਤੇ ਸਾਡੇ ਟੈਸਟ ਹੁੰਦੇ ਨੇ, ਜਿੱਦਾਂ ਸਲੰਪ ਟੈਸਟ ਹੁੰਦਾ ਵਾ। ਫਿਰ ਆਪਾਂ ਮਤਲਬ ਉਹ ਸਲੰਪ ਦੇਖੀਦਾ ਵੀ ਕਿੰਨਾ ਉਹ 'ਚ ਪਾਣੀ ਆ। ਪਰ ਪ੍ਰੈਕਟੀਕਲੀ ਜੇ ਤੁਸੀਂ ਹੁਣ ਵੇਖਣਾ ਵਾ ਤੇ ਕੰਕਰੀਟ ਜਦੋਂ ਤੁਸੀਂ ਸੜਕ 'ਚ ਚਾਹੀਦੀ ਆ ਕੰਕਰੀਟ, ਜੇ ਤੁਹਾਨੂੰ ਫਾਊਂਡੇਸ਼ਨ 'ਚ ਚਾਹੀਦੀ ਆ, ਜੇ ਕੰਕਰੀਟ ਤੁਹਾਨੂੰ ਸਲੈਬ 'ਚ ਚਾਹੀਦੀ ਆ, ਤੇ ਉਹਦੀ ਵਰਕੇਬਿਲਿਟੀ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਹੁੰਦੀ ਆ। ਸੋ ਫਾਊਂਡੇਸ਼ਨ ਦੇ ਵਿੱਚ ਲੀਨ ਕੰਕਰੀਟ ਯੂਜ਼ ਕੀਤੀ ਜਾਂਦੀ ਆ। ਲੀਨ ਪਾਣੀ ਦਾ ਕੰਟੈਂਟ ਥੋੜਾ ਵੱਧ ਹੋਣਾ ਚਾਹੀਦਾ। ਜਦੋਂ ਪਾਣੀ ਨੂੰ ਵਧਾ ਦਾਂਗੇ ਵਰਕੇਬਿਲਿਟੀ ਵੱਧ ਜੂਗੀ, ਪਰ ਉਹਦੀ ਸਟਰੈਂਥ ਘਟ ਜੂਗੀ। ਸੋ ਇਹਦਾ ਮਤਲਬ ਤੁਸੀਂ ਫੋਰ ਐਗਜ਼ਾਮਪਲ ਪ੍ਰੈਕਟੀਕਲੀ ਇਦਾਂ ਕਰ ਸਕਦੇ ਆ ਵੀ ਕੰਕਰੀਟ ਦਾ ਜਿਹੜਾ ਬਜਰੀ ਬਣਾਇਆ ਮਾਲ ਉਹਦਾ ਲੱਡੂ ਬਣਾ ਲਓ, ਉਹਨੂੰ ਥੋੜਾ ਤਾਂ ਸੁੱਟੋ। ਜੇ ਲੱਡੂ ਤੁਹਾਡਾ ਤਾਂ ਜਾਂਦਾ ਖਿੱਲਰ ਜਾਂਦਾ, ਇਟ ਮੀਨਸ ਉਹਦੇ ਜਿਹੜੀ ਵਰਕੇਬਿਲਿਟੀ ਆ ਉਹ ਮਤਲਬ ਇੰਨੀ ਵਧੀਆ ਨਹੀਂ ਹੈਗੀ, ਉਹ ਸਟਰੈਂਥ ਜ਼ਿਆਦਾ ਵਧੀਆ ਨਹੀਂ ਦਊਗੀ, ਉਹਦੇ 'ਚ ਪਾਣੀ ਦਾ ਕੰਟੈਂਟ ਜ਼ਿਆਦਾ ਹੋਊਗਾ, ਉਹਦਾ ਸਲੰਪ ਜ਼ਿਆਦਾ ਹੋਊਗਾ। ਸੈਗਰੀਗੇਸ਼ਨ ਸ਼ੁੱਡ ਬੀ ਟੇਕ, ਮਤਲਬ ਕਈ ਵਾਰੀ ਵੇਖਿਆ ਨਾ ਜਦੋਂ ਕੰਕਰੀਟ ਸੁੱਕ ਜਾਂਦੀ ਆ ਉਹਦੇ ਵਿੱਚ ਸੈਗਰੀਗੇਸ਼ਨ ਹੁੰਦੀ ਆ, ਪਰੰਤੂ ਜਦੋਂ ਫਰੈਸ਼ ਕੰਕਰੀਟ ਆ ਉਹਦੇ ਵਿੱਚ ਸੈਗਰੀਗੇਸ਼ਨ ਨਹੀਂ ਹੁੰਦੀ, ਬਲੀਡਿੰਗ ਨਹੀਂ ਹੁੰਦੀ। ਕੰਕਰੀਟ ਸਰਫੇਸ ਸ਼ੁੱਡ ਬੀ ਨਾਟ ਹੈਸ਼ ਨਹੀਂ ਹੋਊਗਾ, ਮਤਲਬ ਸੁੱਕਾ ਨਹੀਂ ਹੋਊਗਾ। ਤੋ ਹਾਰਡਨ ਕੰਕਰੀਟ, ਜਦੋਂ ਕੰਕਰੀਟ ਹਾਰਡ ਹੋ ਜੂਗੀ, ਗੁੱਡ ਕੰਪਰੈਸਿਵ ਸਟਰੈਂਥ ਹੋਊਗੀ। ਇੰਪਰਮੇਬਿਲਿਟੀ ਕੀ ਹੁੰਦੀ ਆ? ਉਹਦੇ ਵਿੱਚ ਉਹਦੀ ਪਾਣੀ ਆਰ ਪਾਰ ਨਹੀਂ ਜਾਊਗਾ। ਗੁੱਡ ਡਿਊਰੇਬਿਲਿਟੀ ਹੋਣੀ ਚਾਹੀਦੀ ਹੈ। ਗੁੱਡ ਰੈਜ਼ਿਸਟੈਂਸ ਟੂ ਵੀਅਰ ਐਂਡ ਟੀਅਰ, ਰਗੜ ਜਾਂ ਘਸਾਈ ਤੋਂ ਮਤਲਬ ਰਜਿਸਟ ਕਰੂਗੀ। ਗੁੱਡ ਰੈਜ਼ਿਸਟੈਂਸ ਟੂ ਸਲਫੇਟ ਅਟੈਕ ਨਹੀਂ ਕਰ ਸਕੂਗਾ। ਗੁੱਡ ਇੰਪੈਕਟ ਰੈਜ਼ਿਸਟੈਂਸ ਹੋਊਗਾ ਉਹਦਾ। ਤਾਂ ਡਰਾਬੈਕ ਕੀ ਆ? ਇਹਦੀ ਜਿਹੜੀ ਟੈਂਸਾਈਲ ਸਟਰੈਂਥ ਆ ਉਹ ਘੱਟ ਹੁੰਦੀ ਆ। ਲੋ ਜੀ, ਕੰਕਰੀਟ ਦੀ ਕਲਾਸੀਫਿਕੇਸ਼ਨ: ਪਲੇਨ ਸੀਮੈਂਟ ਕੰਕਰੀਟ, ਰੀਇਨਫੋਰਸ ਸੀਮੈਂਟ ਕੰਕਰੀਟ, ਪ੍ਰੀ ਸਟ੍ਰੈਸ ਕੰਕਰੀਟ ਹੁੰਦੀ ਆ।
तो प्री कास्ट कंक्रीट आ। ਹੁਣ ਪ੍ਰੀ ਕਾਸਟ ਕੰਕਰੀਟ ਜਿੱਦਾਂ ਜਿਹੜਾ ਪਹਿਲੋਂ ਆਪਾਂ ਕਾਸਟ ਕਰ ਲੈਂਦੇ ਆ, ਜਿੱਦਾਂ ਬਿਜਲੀ ਦੇ ਖੰਭੇ ਹੁੰਦੇ ਆ, ਇਸ ਤਰ੍ਹਾਂ ਵੇਖਿਆ ਨਾ ਪਹਿਲੋਂ ਹੀ ਬਣੇ ਹੁੰਦੇ ਨੇ, ਉਹ ਪ੍ਰੀ ਕਾਸਟ ਕੰਕਰੀਟ ਹੈਗੀ ਹੈ। ਤਾਂ ਪ੍ਰੀ ਸਟ੍ਰੈਸ ਕੰਕਰੀਟ ਵੀ ਅੱਜ ਕੱਲ ਬਹੁਤ ਯੂਜ਼ ਕੀਤੀ ਜਾਂਦੀ ਹੈ। ਵੱਡੇ ਵੱਡੇ ਜਿਹੜੀਆਂ ਬ੍ਰਿਜ ਹੈਗੇ ਨੇ ਉਹ ਪਹਿਲੋਂ ਜਿਹੜੇ ਉਹਦੇ ਸਲੈਬ ਤਿਆਰ ਕਰ ਲਏ ਜਾਂਦੇ ਆ, ਤੁਸੀਂ ਦੇਖਿਆ ਹੋਊਗਾ। ਸੋ ਉਹ ਜਿਹੜੀ ਕੰਕਰੀਟ ਆ ਪ੍ਰੀ ਸਟ੍ਰੈਸ ਸੀਮੈਂਟ ਕੰਕਰੀਟ ਉਹਨੂੰ ਕਹਿੰਦੇ ਆ। ਇਸ ਤੋਂ ਬਾਅਦ ਕੰਕਰੀਟ ਦੀ ਆਪਰੇਸ਼ਨ ਆ ਬੈਚਿੰਗ। ਬੈਚਿੰਗ ਕੀ, ਸਭ ਤੋਂ ਜਦੋਂ ਕੰਕਰੀਟ ਬਣਾਉਣੀ ਆ ਸਭ ਤੋਂ ਪਹਿਲਾਂ ਬੈਚਿੰਗ ਕੀਤੀ ਜਾਂਦੀ ਆ। ਬੈਚਿੰਗ ਕੀ ਚੀਜ਼ ਹੁੰਦੀ ਆ ਕਿ ਜਿੱਦਾਂ ਕਿੰਨਾ ਆਪਾਂ ਸੀਮੈਂਟ ਪਾਉਣਾ ਵਾ, ਕਿੰਨਾ ਰੇਤ ਪਾਉਣਾ ਵਾ, ਕਿੰਨਾ ਆਪਾਂ ਕੋਰਸ ਐਗਰੀਗੇਟ ਪਾਉਣਾ, ਦੈਟ ਇਜ਼ ਬੈਚਿੰਗ। ਫਿਰ ਮਿਕਸਿੰਗ ਕਰਾਂਗੇ, ਮਿਕਸਿੰਗ ਕਰਨ ਤੋਂ ਬਾਅਦ ਟਰਾਂਸਪੋਰਟ ਕਰਾਂਗੇ, ਫਿਰ ਆਪਾਂ ਉਹਨੂੰ ਪਲੇਸ ਕਰਾਂਗੇ, ਫਿਰ ਆਪਾਂ ਉਹਨੂੰ ਕੰਪੈਕਸ਼ਨ ਕਰਾਂਗੇ। ਜੇ ਕੰਪੈਕਸ਼ਨ ਨਹੀਂ ਕਰਾਂਗੇ ਤਾਂ ਉਹਦੇ ਚ ਵਾਈਟਸ ਰਹਿ ਜਾਣਗੇ। ਕੰਪੈਕਸ਼ਨ ਵਾਸਤੇ ਫਿਰ ਵਾਈਬ੍ਰੇਟਰ ਲਾਇਆ ਜਾਂਦਾ। ਤੇ ਕਿਊਰਿੰਗ ਕਰਾਂਗੇ, ਕਿਊਰਿੰਗ ਦਾ ਹੁੰਦਾ ਤਰਾਈ ਕਰਨੀ, ਫਿਰ ਹੁੰਦੀ ਫਿਨਿਸ਼ਿੰਗ। ਉਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਆ ਫੋਟੋ ਵੇਖ ਕੇ ਕਲੀਅਰ ਕਰ ਲੋਗੇ। ਆਹ ਵੇਖੋ ਇੱਕ ਕੰਕਰੀਟ ਦਾ ਪਲਾਂਟ ਆ, ਇਹਦੇ ਚ ਦੇਖੋ 3 ਡਰਮ ਲੱਗੇ ਆ। ਇਹ ਤੁਹਾਡਾ ਕੀ ਹੈਗਾ ਵਾ, ਇਹ ਬੈਚਿੰਗ ਕੀਤੀ ਜਾਂਦੀ ਆ। ਆਹ ਵੇਖੋ ਕੰਕਰੀਟ ਟਰੱਕ ਚ ਪੈ ਗਈ ਆ। ਇਹ ਜਿਹੜੀ ਟਰੱਕ ਚ ਕੰਕਰੀਟ ਹੈਗੀ ਆ ਇਹਨੂੰ ਕਹਿੰਦੇ RMC। RMC ਦਾ ਮਤਲਬ ਹੁੰਦਾ ਰੈਡੀਮੇਡ ਮਿਕਸ ਕੰਕਰੀਟ। ਰੈਡੀਮੇਡ ਮਿਕਸ ਕੰਕਰੀਟ। ਆਹ ਦੇਖੋ ਕੰਕਰੀਟ ਬਾਲ ਮਿਲ ਹੈਗੀ ਆ। ਆਹ ਕੰਕਰੀਟ ਨੂੰ ਵੇਖੋ ਟਰਾਂਸਪੋਰਟ ਕੀਤਾ ਜਾ ਰਿਹਾ। ਆਹ ਕੀ ਹੋ ਗਈ, ਟਰਾਂਸਪੋਰਟੇਸ਼ਨ ਆਫ ਕੰਕਰੀਟ ਥਰੂ ਵੀਲ ਬੈਰੋ। ਵੀਲ ਬੈਰੋ ਨਾਲ ਉਹਨੂੰ ਟਰਾਂਸਪੋਰਟ ਕੀਤਾ ਜਾਂਦਾ। ਇਸ ਤੋਂ ਬਾਅਦ ਲੇਇੰਗ ਆਫ ਕੰਕਰੀਟ। ਕੰਕਰੀਟ ਨੂੰ ਵੇਖੋ ਰੋਡ ਦੇ ਉੱਪਰ ਲੇਅਰ ਬਣਾਈ ਜਾ ਰਹੀ ਹੈ, ਤੁਸੀਂ ਫੋਟੋ ਵੇਖ ਰਹੇ ਆ। ਆਹ ਵੇਖੋ ਪਲੇਸਿੰਗ ਆਫ ਕੰਕਰੀਟ। ਕੰਕਰੀਟ ਨੂੰ ਫਿਰ ਆਹ ਵੇਖੋ ਸਟੀਲ ਦਾ ਜਾਲ ਬਣਿਆ ਸੀ ਤੇ ਆਪਾਂ ਮਤਲਬ ਉਹਦੇ ਵਿੱਚ ਫਿਰ ਕੰਕਰੀਟ ਨੂੰ ਪਲੇਸ ਕਰਾ ਰਹੇ ਹਾਂ। ਇਹ ਸਾਰੇ ਕੰਕਰੀਟਿੰਗ ਆਪਰੇਸ਼ਨ ਆ। ਆਹ ਇੱਕ ਸ਼ਬਦ ਆ ਗਿਆ ਨਾ ਵਾਈਬ੍ਰੇਟਿੰਗ ਕਰਨਾ। ਆਹ ਵੇਖੋ ਵਾਈਬ੍ਰੇਟਰ ਲੱਗਾ ਤੇ ਵਾਈਬ੍ਰੇਟਰ ਨਾਲ ਵਾਈਬ੍ਰੇਟ ਕੀਤਾ ਜਾਂਦਾ। ਥੱਲੇ ਸਕਰੀਟ ਵਾਈਬ੍ਰੇਟਰ ਆ। ਜਦੋਂ ਜ਼ਿਆਦਾ ਮਾਸਿਵ ਕੰਕਰੀਟ ਹੈਗੀ ਆ ਤੇ ਵੱਡਾ ਇੱਕ ਸਕਰੀਟ ਵਾਈਬ੍ਰੇਟਰ ਆ, ਉਹਨੂੰ ਯੂਜ਼ ਕੀਤਾ ਜਾ ਰਿਹਾ ਤਾਂ ਜੋ ਉਹਦੇ ਵਿੱਚ ਜਿਹੜੇ ਵੌਇਸ ਨੇ ਉਹ ਮਤਲਬ ਹਵਾ ਵਾਲੇ ਵੌਇਸ ਜਾਂ ਮਤਲਬ ਫਿਲ ਹੋ ਜਾਣ ਤੇ ਕੰਕਰੀਟ ਪੂਰੀ ਡੈਂਸ ਹੋ ਜਾਵੇ। ਇਸ ਤੋਂ ਬਾਅਦ ਫਿਨਿਸ਼ਿੰਗ ਆਫ ਕੰਕਰੀਟ ਆ। ਆਹ ਕੰਕਰੀਟ ਨੂੰ ਫਿਨਿਸ਼ ਕੀਤਾ ਜਾ ਰਿਹਾ। ਆਹ ਦੇਖੋ ਫਿਨਿਸ਼ਿੰਗ ਕੰਕਰੀਟ ਫਲੋਰ ਜਿਹੜੇ ਆ, ਫਰਸ਼ ਆ, ਉਹਨਾਂ ਨੂੰ ਆਹ ਉੱਪਰ ਜਿਹੜੀ ਆਪਾਂ ਸਲੈਬ ਚ ਪਾ ਰਹੇ ਆ। ਮਿਸਤਰੀ ਜਿਹੜਾ ਲੱਕੜ ਦਾ ਫੜਿਆ ਇਹਨੂੰ ਗਰਮਾਲਾ ਕਹਿੰਦੇ ਆ, ਇਹਨੂੰ ਇੰਗਲਿਸ਼ ਫਲਾਟਰ ਕਹਿੰਦੇ ਆ। ਉਹਦੇ ਨਾਲ ਫਿਰ ਇਹ ਵੇਖੋ ਇਹ ਫਿਨਿਸ਼ਿੰਗ ਕਰ ਰਹੇ ਆ। ਐਡਵਾਂਟੇਜ ਆਫ ਕੰਕਰੀਟ, ਇਟ ਪੋਸੈਸ ਹਾਈ ਕੰਪਰੈਸਿਵ ਸਟਰੈਂਥ। ਮਤਲਬ ਇਹਦੇ ਚ ਹਾਈ ਕੰਪਰੈਸਿਵ ਸਟਰੈਂਥ ਹੁੰਦੀ ਆ, ਡਿਊਰੇਬਲ ਐਂਡ ਹਾਰਡ ਹੁੰਦੀ ਆ, ਇਕਨੋਮਿਕਲ ਦੈਨ ਸਟੀਲ ਹੁੰਦੀ ਆ। ਇਟ ਕੈਨ ਈਜ਼ੀਲੀ ਮੋਲਡ ਇਨਟੂ ਐਨੀ ਡਿਜ਼ਾਇਰ ਸ਼ੇਪ। ਮਤਲਬ ਕਿਸੇ ਵੀ ਸ਼ੇਪ ਚ ਆਪਾਂ ਨੂੰ ਕਰ ਸਕਦੇ ਆ। ਗੁੱਡ ਵਾਟਰ ਟਾਈਟ, ਮਤਲਬ ਪਾਣੀ ਇਹਦੇ ਵਿੱਚ ਯਾਰ ਪਰ ਨਹੀਂ ਜਾ ਸਕਦਾ। ਜਿੱਦਾਂ ਹੁਣ ਵੇਖੋ ਸਵਿਮਿੰਗ ਪੂਲ ਬਣੇ ਹੁੰਦੇ ਆ ਕੰਕਰੀਟ ਦੇ, ਤੇ ਜੇ ਉਹ ਪਾਣੀ ਆਰ ਪਾਰ ਜਾਵੇ ਤੇ ਪਾਣੀ ਤੇ ਸਾਰਾ ਬਾਹਰ ਚਲ ਜਾਊਗਾ। ਨੋ ਵੈਦਰਿੰਗ ਇਫੈਕਟ ਉੱਤੇ ਹੁੰਦਾ। ਇਟ ਰਿਕੁਆਇਰਡ ਲਿਟਲ ਮੇਨਟੇਨੈਂਸ ਹੁੰਦੀ ਹੈ, ਉਹਨੂੰ ਘੱਟ ਮੇਨਟੇਨ ਕਰਨ ਦੀ ਲੋੜ ਪੈਂਦੀ ਹੈ। ਡਿਸਐਡਵਾਂਟੇਜ ਕੀ ਹੈਗੀਆਂ, ਲੋ ਟੈਂਸਾਈਲ ਸਟਰੈਂਥ ਹੁੰਦੀ ਆ। ਇਟ ਇਜ਼ ਬ੍ਰਿਟਲ ਇਨ ਮਟੀਰੀਅਲ, ਮਤਲਬ ਇਹਦੇ ਵਿੱਚ ਲੈਕ ਆਫ ਡਕਟਿਲਿਟੀ ਹੁੰਦੀ ਹੈ, ਖਚੀਨਯੋਗਤਾ ਘੱਟ ਹੁੰਦੀ ਹੈ। ਇਟ ਡਿਵੈਲਪ ਸ਼੍ਰਿੰਕੇਜ ਕਰੈਕ, ਸ਼੍ਰਿੰਕੇਜ ਹੁੰਦੀ ਹੈ। ਕੰਕਰੀਟ ਵਰਕ ਰਿਕੁਆਇਰ ਸਕਿਲਡ ਸੁਪਰਵਿਜ਼ਨ। ਕੰਕਰੀਟ ਦੇ ਜਿਹੜੇ ਕੰਮ ਆ ਉਹ ਜਿਹੜੇ ਸਕਿਲਡ ਸੁਪਰਵਾਈਜ਼ਰ ਨੇ, ਜਿੱਦਾਂ ਤੁਹਾਡੇ ਵਰਗੇ ਡਰਾਫਟਸਮੈਨ ਸਿਵਲ ਕਰਦੇ ਆ ਜਾਂ ਸਰਵੇਅਰ ਕਰਦੇ ਆ, ਤੁਸੀਂ ਸਕਿਲਡ ਪਰਸਨ ਬਣ ਜਾਣਾ ਤੇ ਤੁਹਾਡੇ ਵਰਗੇ ਜਿਹੜੇ ਆ ਮਤਲਬ ਉਹਨਾਂ ਦੀ ਦੇਖ ਰੇਖ ਵਿੱਚ ਕੰਕਰੀਟਿੰਗ ਆਪਰੇਸ਼ਨ ਕਰਾਏ ਜਾਂਦੇ ਆ। ਰਿਪੇਅਰ ਆਫ ਕੰਕਰੀਟ ਵਰਕ ਇਜ਼ ਡਿਫਿਕਲਟ, ਇਟ ਇਜ਼ ਰਿਕੁਆਇਰਡ 14 to 20 days, ਮਤਲਬ ਇਹਨੂੰ ਹਾਰਡ ਹੋਣ ਵਾਸਤੇ 14 ਤੋਂ 28 ਦਿਨ ਲੱਗਦੇ ਨੇ। ਆਹ ਦੇਖੋ ਕੰਕਰੀਟਿੰਗ ਜਿਹੜੀ ਤੁਸੀਂ ਫੋਟੋ ਵੇਖ ਰਹੇ ਆ ਵੀ ਇਸ ਤਰ੍ਹਾਂ ਕੰਕਰੀਟਿੰਗ ਆਪਰੇਸ਼ਨ ਹੋ ਰਿਹਾ। ਵਾਈਬ੍ਰੇਟਰ ਲੱਗਾ ਦੇਖੋ ਤਾਂ ਜੋ ਕੰਕਰੀਟ ਅੱਛੀ ਤਰ੍ਹਾਂ ਫਿਲ ਹੋ ਜੇ। ਜੇ ਨਾ ਫਿਲ ਹੋਊਗੀ ਨਾ ਫਿਰ ਪਤਾ ਕੀ ਹੋਣਾ, ਜਦੋਂ ਕੰਕਰੀਟ ਸੁੱਕ ਜਾਂਦੀ ਹੈ ਤੁਸੀਂ ਵੇਖਿਆ ਹੋਊਗਾ ਵੀ ਸੁਰਾਖ ਨਜ਼ਰ ਆਉਂਦੇ ਆ, ਬਜਰੀ ਦੇ ਜਿਹੜੇ ਛੋਟੇ ਛੋਟੇ ਟੁਕੜੇ ਉਹ ਨਜ਼ਰ ਆਉਂਦੇ, ਉਹਨੂੰ ਕਹਿੰਦੇ ਸੈਗਰੀਗੇਸ਼ਨ। ਤੇ ਫਿਰ ਮੁੜ ਕੇ ਪਾਣੀ ਸਿੰਮਦਾ ਵਾ ਮੀਂਹ ਦਾ, ਕਿਉਂਕਿ ਪੋਰਸ ਰਹਿ ਜਾਂਦੇ ਆ ਤੇ ਉਹ ਪੋਰਸ ਜਿਹੜੇ ਉਹਦੇ ਜੇ ਆਪਾਂ ਵਾਈਬ੍ਰੇਟ ਲਾਵਾਂਗੇ ਤੇ ਫਿਰ ਉਹ ਪੋਰਸ ਨਹੀਂ ਰਹਿਣਗੇ। ਜਿਵੇਂ ਤੁਹਾਨੂੰ ਫੋਰ ਐਗਜ਼ਾਮਪਲ ਆਟਾ ਲੈਣ ਜਾਓਗੇ ਚੱਕੀ ਤੇ ਆਟੇ ਵਾਲੇ ਭਾਈ ਜਦੋਂ ਬੋਰੀ ਭਰ ਜਾਂਦੀ ਆ ਤੇ ਉਹਨਾਂ ਕੋਲ ਡੰਡਾ ਹੁੰਦਾ ਇੱਕ, ਉਹ ਡੰਡੇ ਨਾਲ ਮਾਰਦੇ ਆ ਤੇ ਫਿਰ ਬੋਰੀ ਕਿੰਨੀ ਜਿਹੜੀ ਨਾ ਥਾਂ ਚਲ ਜਾਂਦੀ ਹੈ, ਮਤਲਬ ਵਾਈਟਸ ਜਿਹੜੇ ਫਿਲ ਹੋ ਜਾਂਦੇ ਆ। ਇਸ ਤਰ੍ਹਾਂ ਜਿਹੜੀ ਕੰਕਰੀਟ ਆ ਉਹਨੂੰ ਵਾਈਬ੍ਰੇਟ ਲਾ ਕੇ
voids fill ਕੀਤੇ ਜਾਂਦੇ ਆ ਦੇਖੋ ਅੱਗੇ ਪੇਂਟ ਆ ਗਿਆ ਆਪਾਂ ਕੰਸਟਰਕਸ਼ਨ ਦੇ ਵਿੱਚ ਪੇਂਟ ਵੀ ਯੂਜ਼ ਕਰਦੇ ਆ ਇੰਟੀਰੀਅਰ ਐਕਸਟੀਰੀਅਰ ਵਾਲ ਡਿਸਟੈਂਪਰ ਯੂਜ਼ ਕਰਦੇ ਆ ਲਸਟਰ ਇਨੈਮਲ ਇਮਲਸ਼ਨ ਮੈਟਲ ਲਈ ਐਨਾਮਲ ਪੇਂਟ ਯੂਜ਼ ਕਰਦੇ ਆ ਵੁੱਡ ਲਈ ਵੁੱਡ ਫਿਨਿਸ਼ਿੰਗ ਇਸ ਤਰ੍ਹਾਂ ਐਕਸਟੀਰੀਅਰ ਬਾਹਰਲੇ ਕੰਮ ਇਮਲਸ਼ਨ ਟੈਕਸਚਰ ਸੀਮੈਂਟ ਹੁਣ ਦੇਖੋ ਜਿਹੜੀ ਸਮੋਸਮਾ ਹੁੰਦੀ ਆ ਸਮੋਸਮਾ ਵੀ ਇੱਕ ਸੀਮੈਂਟ ਦਾ ਹੀ ਰੂਪ ਹੈਗਾ ਆਪਾਂ ਬਾਹਰਲੇ ਰੂਪ ਚ ਲਾਉਂਦੇ ਕਿ ਨਹੀਂ ਸੋ ਇਹ ਐਕਸਟੀਰੀਅਰ ਵਾਸਤੇ ਆ ਦੇਖੋ ਹੁਣ ਫੋਟੋ ਆ पेंटिंग की जाती है यूजिंग बाय एमल्सिंग पेंट आ तुसी फोटो देख रहे हैं एमल्सन पेंट हो रहा आ देखो पेंटिंग दा फ्लोर फर्शा पे पेंटिंग हो रही है आ देखो ऑयल पेंट प्रोटेक्ट द स्टील फ्रॉम करोडेड जंगाल तो रोकने वास्ते आप मतलब स्टील के ऊपर ऑयल पेंट ला रहा जा रहा अपलाई वार्निश ਲੱਕੜ ਤੇ ਵਾਰਨਿਸ਼ ਕੀਤੀ ਜਾਂਦੀ ਆ ਤਾਂ ਜੋ ਉਹਦੇ ਜਿਹੜੇ ਰੇਸ਼ੇ ਆ ਉਹ ਸਾਨੂੰ ਨਜ਼ਰ ਆਉਂਦੇ ਆ ਤੇ ਉਹਦੀ ਅਪੀਅਰੈਂਸ ਵਧੀਆ ਹੁੰਦੀ ਆ ਆ ਦੇਖੋ ਵਾਲਪੇਪਰ ਅੱਜ ਕੱਲ ਇਹ ਬੜਾ ਰਿਵਾਜ ਜੋ ਤੇ ਜਿਹੜੀਆਂ ਕੰਧਾਂ ਵਾ ਪੇਂਟ ਕਰਨ ਦੀ ਜਗ੍ਹਾ ਤੇ ਵਾਲਪੇਪਰ ਲਾ ਲਿਆ ਜਾਂਦਾ ਇਹ ਵੀ ਇੱਕ ਕੰਸਟਰਕਸ਼ਨ ਮਟੀਰੀਅਲ ਪੇਂਟਿੰਗ ਦੇ ਵਿੱਚ ਹੀ ਆਉਂਦਾ ਸੋ ਮੇਰਾ ਖਿਆਲ ਆ ਵੀ ਮੈਂ ਅੱਜ ਤੁਹਾਨੂੰ कंस्ट्रक्शन मटीरियल वाल ते मैक्सिमम दस सकिया वा इस तो बाद लास्ट स्लाइड पे मैं पहुंचा वा मेरा नाम है तो मेरा फोन नंबर है तो नाल ईमेल आईडी है जे किसी कोई क्वेश्चन हो तो कर सकता सो कुछ छोटी जी कोशिश की है तुहानू कंस्ट्रक्शन मटीरियल समझाने वास्ते सो मैनू आस आ के काफ़ी कुछ सीख गए होगे जे किसी का कोई क्वेश्चन आ तो कर सकता जी मैं होस्ट मनदीप जी रिक्वेस्ट करांगा कि मनदीप सर जे किसी कोई क्वेश्चन आ तो कर सकते जी अनम्यूट कर दो जी सर हेलो सर हेलो हेलो हाँ जी बोलो जी बोलो हाँ जी हेलो सर आई एम नवजोत हाँ जी हाँ जी सर मैं कुछ थोड़े चैनल सर मतलब थोड़े लेक्चर YouTube ਤੇ ਦੇਖ ਸਕਦੇ ਆ ਸਰ हाँ जी देखो जी YouTube ਤੇ ਸਾਡੇ ਪੰਜਾਬ ਸਰਕਾਰ ਦਾ ਜਿਹੜਾ ਇੱਕ ਚੈਨਲ ਹੈਗਾ ਵਾ YouTube ਚੈਨਲ ਉਹਦੇ ਤੇ ਮੇਰੇ ਸਾਰੇ ਹੀ ਲੈਕਚਰ ਹੈਗੇ ਨੇ ਉਹਦੇ ਵਿੱਚ ਓਕੇ ਸਰ ਥੈਂਕ ਯੂ ਹੋਰ ਕਿਸੇ ਦਾ ਕੋਈ ਇੰਸਟ੍ਰਕਟਰ ਸਾਹਿਬਾਨ ਦਾ ਕੋਈ ਸੁਝਾਅ ਹੋਵੇ ਕੋਈ ਕਿਸੇ ਦਾ ਕੁਐਸਚਨ ਹੋਵੇ ਜਾਂ कोई मन च गल है किसी की तो कोई पूछ सकता जी वेलकम एवरीबॉडी हाँ जी किसी का कोई क्वेश्चन हो जी कर सकता जी मैं धन्यवाद करदा साडे नाल बहुत ही साडे सत्कारयोग साडे सीनियर इंस्ट्रक्टर सरदार सुखजीत सिंह जी दयानंद ITI अमृतसर तो प्रिंस भारती जी सर कमलप्रीत सिंह जी अजय कुमार जी मतलब वक्-वक् इंस्ट्रक्टर साहबान जो सुखजीत सर कमलजीत सर प्रिंस सर नाल होस्ट भी कर रहे हैं सो मैं उन्होंने भी बहुत बहुत धन्यवाद करदा वां कि उन्होंने अपना कीमती समा जिहड़ा वा वो सानू दिता वा जी होर भी साडे नाल जिहड़े इंस्ट्रक्टर साहिबान हरीश कुमार जी पटियाला ITI तो जे किसी का कोई क्वेश्चन हो तो कर सकता जी हाँ जी मनदीप सर फिर क्वेश्चन किसी का कोई नहीं है जी सो मैं एक बार फिर सारे का बहुत बहुत धन्यवाद करदा जी सो फिर मिलते हैं अगले लैक्चर तुहानू सारिਆਂ फिर जी तो मैं एक रिक्वेस्ट करना चाहांगा कि ड्राफ्टमैन सिविल ट्रेड के सिख्यार्थी आ वो 235 के लागे हैगे ने पंजाब च ते जिहड़े 68 जिहड़े बच्चे आ वो सर्वेयर दे ही हैगे आ
ਪਰ ਵੇਖੋ ਸਾਡੇ ਨਾਲ ਜੁਆਇਨ ਜਿਹੜੇ ਆ ਉਹ ਸਾਰੇ 58 57 ਹੋਏ ਆ। ਇਟ ਮੀਨਸ ਮਤਲਬ ਬੜਾ ਸੌਰੀ ਟੂ ਸੇ ਕਿ ਮਤਲਬ ਸਾਡੇ ਬੱਚੇ ਕਿਉਂ ਨਹੀਂ ਜੁੜਦੇ, ਥੋੜਾ ਇਨਕਰੇਜ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੈਕਚਰ ਤਿਆਰ ਕਰਨ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਆ। ਸੋ ਆਪਾਂ ਤੁਹਾਨੂੰ ਹੱਥ ਜੋੜ ਕੇ ਰਿਕੁਐਸਟ ਹੀ ਕਰ ਸਕਦੇ ਹਾਂ ਜੀ, ਤੇ ਤਾਂ ਜੋ ਮਤਲਬ ਜਿਸ ਤਰ੍ਹਾਂ ਹੁਣ ਵੇਖੋ ਸਵਿੰਗ ਟੈਕਨੋਲੋਜੀ ਵਿੱਚ 300 ਬੱਚੇ ਹੁੰਦੇ ਆ, ਤੇ ਸਾਡੇ ਡਰਾਸਮੈਨ ਸਿਵਲ ਵੀ ਬਹੁਤ ਵਧੀਆ ਟ੍ਰੇਡ ਆ, ਰੈਡੇਬਲ ਟ੍ਰੇਡ ਆ। ਤੇ ਮਤਲਬ ਡਰਾਫਟਸਮੈਨ ਜਿਹੜੇ ਹੁੰਦੇ ਨੇ ਇਹਦੇ ਥੱਲੇ ਇੰਜੀਨੀਅਰ ਕੰਮ ਕਰਦੇ ਆ, ਹੈਡ ਡਰਾਫਟਸਮੈਨ ਜਿਹੜੇ ਹੁੰਦੇ ਆ ਉਹਦੇ ਥੱਲੇ ਜੇਈ ਕੰਮ ਕਰਦੇ ਆ। ਸੋ ਇਸ ਕਰਕੇ ਬਹੁਤ ਸਾਡੀ ਮਤਲਬ ਗਲੋਬਲ ਟ੍ਰੇਡ ਆ, ਪਰ ਪਾਰਟਿਸਿਪੇਸ਼ਨ ਵਾਲੇ ਪਾਸੇ ਥੋੜਾ ਜਿਹਾ ਮਨ ਖੱਟਾ ਹੁੰਦਾ ਵਾ। ਸੋ ਮੈਂ ਆਪ ਜੀ ਦਾ ਫੇਰ ਜੇ ਕੋਈ ਵੱਧ ਘੱਟ ਬੋਲੀ ਗਈ ਹੋਊਗੀ, ਭਾਵੁਕ ਹੋ ਕੇ ਮੈਂ ਬੋਲਤੀ ਆ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਥੈਂਕ ਯੂ ਜੀ। ਥੈਂਕ ਯੂ ਸਰ।